ਜਿਨ੍ਹਾਂ ਦੇ ਅੰਦਰ ਧਰਮ ਦਾ ਅੰਸ਼ ਹੈ, ਗੁਰੂ ਦੀ ਭੈ ਭਾਵਨੀ ਹੈ, ਉਹਨਾਂ ਵਾਸਤੇ ਤਾਂ ਇਹ ਜਿਹੜੀਆਂ ਪੰਕਤੀਆਂ ਨੇ, ਪਾਵਨ ਪੰਕਤੀਆਂ, ਉਹ ਉਹਨਾਂ ਦੀ ਜ਼ਿੰਦਗੀ, ਜਾਨ, ਸਰੀਰ ਨਾਲੋਂ ਵੀ ਜ਼ਿਆਦਾ ਪਿਆਰੀਆਂ ਨੇ। 13 ਅਪ੍ਰੈਲ 1978 ਨੂੰ ਇਸੇ ਅੰਮ੍ਰਿਤਸਰ ਸ਼ਹਿਰ ਦੀ ਪਵਿੱਤਰ ਧਰਤੀ ਤੇ ਨਿਰੰਕਾਰੀਆਂ ਨੇ ਦੇ ਨਾਲ ਸਿੱਖਾਂ ਦੀ ਝੜਪ ਹੋਈ ਤੇ ਉਹਦੇ ਵਿੱਚ ਮੁੱਖ ਕਾਰਨ ਸੀਗਾ ਕਿ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਸੀਗੇ। ਸਾਡੀ ਜਾਨ ਵੀ ਜਿਹੜੀ ਹੈ ਨਾ, ਇਹ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਜੀ, ਇਹ ਸਾਰਾ ਸਰੀਰ, ਇਹ ਸਵਾਸ ਉਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਹੈ। 19 ਮਈ ਦੀ ਲੱਗੀ ਹੋਈ ਅੱਗ ਦਾ ਜਿਹੜਾ ਹੈ ਆਫਿਸ ਨੋਟ ਤਿਆਰ ਹੋ ਰਿਹਾ ਹੈ 20 ਫਰਵਰੀ 2020 ਨੂੰ। जी जी बिल्कुल बड़ा बड़ा सवाल है, बिल्कुल डिजिटल जमाना, डिजिटल युग है, डिजिटल करके सारा ਜਿਹੜਾ ਬੰਦਾ ਕੈਨੇਡਾ ਬੈਠਾ, ਅਮਰੀਕਾ ਬੈਠਾ ਹੈ, ਯੂਕੇ 'ਚ ਬੈਠ ਕੇ ਜਿੱਥੇ ਬੈਠੀ ਬੈਠਾ ਹੈ, ਉਹ ਦੇਖ ਸਕੇ ਆਨਲਾਈਨ ਕਿ ਕਿੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 2018 ਵਿੱਚ ਛਾਪੇ ਗਏ ਜੀ ਜੀ ਤੇ ਕਿੱਥੇ 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 ਕਿੰਨੇ ਕਿੰਨੇ ਸਰੂਪ ਦਿੱਤੇ ਗਏ। ਉਹ ਕਹਿੰਦੇ ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਪਰ ਮੌਜੂਦਾ ਹਾਲਾਤ 'ਚ ਕਹਿੰਦੇ ਨੇ ਸਿੱਖੀ ਜਾਵੇ ਤੇ ਜਾਵੇ ਤੇ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਜਾਵੇ ਤੇ ਜਾਵੇ, ਪਰ ਮੇਰੀ ਜੇਬ 'ਚੋਂ ਨੋਟ ਨਾ ਜਾਂਦੇ, ਮੇਰੀ ਕੁਰਸੀ ਨਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਤੋਂ ਉੱਤੇ ਮੈਂਬਰ ਨੇ, ਸਾਰੇ ਦੇ ਸਾਰੇ ਮੈਂਬਰਾਂ ਦੀ ਜ਼ਮੀਰਾਂ ਮਰੀਆਂ ਹੋਈਆਂ ਨੇ। 170 ਚੋਂ ਇੱਕ ਵੀ ਨਹੀਂ ਜਿਉਂਦੀ ਜ਼ਮੀਰ ਵਾਲਾ, ਇੱਕ ਵੀ ਨਹੀਂ ਬੋਲਿਆ। ਮੈਂ ਸੰਗਤਾਂ ਨੂੰ ਇਹ ਗੱਲ ਦੱਸ ਦਿਆਂ, ਮੇਰੇ ਕੋਲ ਸਬੂਤ ਨੇ ਕਿ ਇਹਦੇ ਪ੍ਰਬੰਧਕ ਜਿਹੜੇ ਨੇ ਕਮਿਸ਼ਨਾਂ ਲੈਂਦੇ ਨੇ, ਭ੍ਰਿਸ਼ਟਾਚਾਰ ਦੇ ਨਾਲ ਓਤ-ਪੋਤ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਜ ਦੀ ਡੇਟ ਵਿੱਚ ਜਿੰਨਾ ਭ੍ਰਿਸ਼ਟਾਚਾਰ ਹੈ, ਮੇਰੇ ਖਿਆਲ ਨਾਲ ਇਹ ਸ਼ਾਇਦ ਅੰਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਵੀ ਇੰਨਾ ਭ੍ਰਿਸ਼ਟਾਚਾਰ ਨਹੀਂ ਹੋਏਗਾ ਜਿੰਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਭ੍ਰਿਸ਼ਟਾਚਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਾ ਟੀਵੀ ਐਨਆਰਆਈ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਰਿਸ਼ਪਾਲ ਸਿੰਘ। आज्ञा पई अकाल की तभी चलायो पंथ, सब सिखन को हुक्म है गुरु मानियो ग्रंथ। ये पावन पंक्तियां ने गुरबाणी दियां और ये रोज़ाना अरदास दे विच साडे शामिल ने। लखां ही वार रोज़ाना ये पंक्तियां दोहराइयां जांदियां ने। सवाल यह है कि ये पंक्तियां सिर्फ दोहराइयां ही जांदियां ने, कि इन्हां नूं विचारिया जांदा है, कि इन्हां ते अमल हो रहा है, कि इन्हां पंक्तियां नूं अपनी जिंदगी दे विच कोई अपना रहा है। सवाल बहुत वड्डा सिख कौम दे अगे। उहदा कारण है, सवाल इस करके उठिया है क्योंकि बेअदबियां बहुत हो रही हैं और जो SGPC च पिछले दिनों तो बहुत वड्डा कांड जो 267 ਸਰੂਪਾਂ ਨੂੰ ਲੈ ਕੇ ਚੱਲੇ है और उस दे विच किस तरह के समय समय ते बयानां दे बदलाव होए, मौजूदा यू टर्न किवें लिया गया, इस दे उपर ही विचार चर्चा करने के लिए साडे नाल जथेदार हवारा कमेटी तो मुख बुलारे प्रोफैसर बलजिंदर सिंह जी जुड़े ने जी। आप जी का स्वागत है जी। वाहिगुरू जी का खालसा, वाहिगुरू जी की फतेह। प्रोफैसर साहब के बारे जिवें आप सब जानते हो कि सिख विद्वान ने और इतिहास के उपर बहुत ही कड़ी पकड़ है इन्हां दी। मौजूदा अगर प्रोफैसर साहब जिक्र किया जाए, जिवें असीं हुणे गुरबाणी दियां लाइनां जिहड़ियां जी वो बोलियां ने कि सब सिखन को हुक्म है गुरु मानियो ग्रंथ। ये लाइनां सिर्फ बोलियां जांदियां ने, गाइयां जांदियां ने कि जां कोई श्री गुरु ग्रंथ साहब नूं गुरु मनदा भी है? देखो, तुसीं जिहड़ा सवाल कीता है, हकीकत तां इह है जी, दो प्रकार के व्यक्तियों नूं असीं कैटेगराइज कर लईए, एक धर्मी जी ते दूसरे अधर्मी। ठीक है जी। ਜਿਹੜੇ ਤਾਂ ਧਰਮੀ ਵਿਅਕਤੀ ਨੇ ਜੀ, ਚਾਹੇ ਉਹ ਪੰਥਕ ਲੈਵਲ ਤੇ ਸਰਗਰਮ ਨੇ ਜੀ ਜਾਂ ਉਹ ਸਮਾਜਿਕ ਤੌਰ ਤੇ ਸਰਗਰਮ ਨੇ ਜੀ, ਰਾਜਨੀਤਿਕ ਤੌਰ ਤੇ ਵੀ ਸਰਗਰਮ ਨੇ ਜੀ ਜੀ ਜੀ, ਜਿਨ੍ਹਾਂ ਦੇ ਅੰਦਰ ਧਰਮ ਦਾ ਅੰਸ਼ ਹੈ, ਗੁਰੂ ਦੀ ਭੈ ਭਾਵਨੀ ਹੈ, ਉਹਨਾਂ ਵਾਸਤੇ ਤਾਂ ਇਹ ਜਿਹੜੀਆਂ ਪੰਕਤੀਆਂ ਨੇ, ਪਾਵਨ ਪੰਕਤੀਆਂ, ਉਹ ਉਹਨਾਂ ਦੀ ਜ਼ਿੰਦਗੀ, ਜਾਨ, ਸਰੀਰ ਨਾਲੋਂ ਵੀ ਜ਼ਿਆਦਾ ਪਿਆਰੀਆਂ ਨੇ।
ਮੈਂ ਇੱਕ ਗੱਲ ਕਹਿ ਦਿਆਂ, ਗੱਲ ਸਮਝ ਆ ਜਾਏਗੀ ਛੇਤੀ। ਜੀ। 13 ਅਪ੍ਰੈਲ 1978 ਨੂੰ ਇਸੇ ਅੰਮ੍ਰਿਤਸਰ ਸ਼ਹਿਰ ਦੀ ਪਵਿੱਤਰ ਧਰਤੀ ਤੇ ਨਿਰੰਕਾਰੀਆਂ ਦੇ ਨਾਲ ਸਿੱਖਾਂ ਦੀ ਝੜਪ ਹੋਈ ਤੇ ਉਹਦੇ ਵਿੱਚ ਮੁੱਖ ਕਾਰਨ ਸੀਗਾ ਕਿ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਸੀਗੇ ਜੀ ਤੇ ਉਹਦੀਆਂ ਦੀ ਜ਼ਮੀਰਾਂ ਜਾਗਦੀਆਂ ਸੀਗੀਆਂ ਜੀ। ਠੀਕ ਹੈ। ਤੇ ਇਹ ਕਹਿ ਸਕਦੇ ਆ ਕਿ ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਨੇ ਉਹਨਾਂ ਨੇ ਤਾਂ ਆਪਣੀਆਂ ਕੁਰਬਾਨੀਆਂ ਦੇਤੀਆਂ ਤੇ ਅੱਜ ਜਿਹੜੀ ਗੱਲ ਚੱਲ ਰਹੀ ਹੈ ਜਿਸ ਮੁੱਦੇ ਦੇ ਉੱਤੇ ਜੀ 328 ਲਾਪਤਾ ਸਰੂਪਾਂ ਬਾਰੇ ਜੀ ਤੇ ਮੈਂ ਕਹਾਂਗਾ ਜਿਹੜੀ ਗੱਲ ਤੋਂ ਤੁਸੀਂ ਸ਼ੁਰੂ ਕੀਤੀ ਹੈ ਜੀ ਜਿਹਨਾਂ ਦੀ ਜ਼ਮੀਰ ਜਾਗਦੀ ਹੈ ਨਾ ਜੀ ਉਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਿਖਰ ਤੇ ਹੈ ਕਿਆ ਔਰ ਉਸ ਤੋਂ ਉੱਪਰ ਜੀ। ਹੋਰ ਕੁਝ ਨਹੀਂ ਹੈਗੀ। ਸਾਡੀ ਜਾਨ ਵੀ ਜਿਹੜੀ ਹੈ ਨਾ ਇਹ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਪਿੰਡ ਜਿਨ ਸਾਜਿਆ ਜੀ। ਦਿੱਤਾ ਪਹਿਨਣ ਖਾਣ ਜੀ ਇਹ ਸਾਰਾ ਸਰੀਰ ਇਹ ਸਵਾਸ ਉਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਹੈ ਜਿਹਦੇ ਕਰਕੇ ਹੈਗੇ ਨੇ। ਇਸ ਕਰਕੇ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜ਼ਮੀਰ ਵਾਲੇ ਵਿਅਕਤੀਆਂ ਵਾਸਤੇ ਸਭ ਕੁਝ ਹੈ। ਪ੍ਰੋਫੈਸਰ ਸਾਹਿਬ ਮਾਮਲਾ ਬਹੁਤ ਗੰਭੀਰ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਹੈ, ਗੁਰੂ ਪੰਥ ਦਾ ਮਾਮਲਾ ਹੈ। ਬਿਲਕੁਲ ਠੀਕ ਹੈ। ਇਸ ਵੇਲੇ ਪੰਥ ਵੀ ਖਤਰੇ 'ਚ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਖਤਰੇ 'ਚ ਹੈ। ਜੋ SGPC ਦੀ ਅੰਤਰਿਮ ਕਮੇਟੀ ਹੈ ਉਹਦੀ ਜਾਂਚ ਹੈ ਜਿਹੜੀ, ਉਸ ਜਾਂਚ ਦੇ ਵਿੱਚ ਬਾਰ-ਬਾਰ ਬਿਆਨਾਂ 'ਚ ਯੂ ਟਰਨ ਆਣੀ, ਇਹ ਤੁਹਾਨੂੰ ਕੀ ਲੱਗਦਾ ਹੈ ਜੀ? ਜੋ ਅੰਤਰਿਮ ਕਮੇਟੀ ਹੈ ਇਹ ਸਮਰੱਥ ਸੀ, ਨਿਰਪੱਖ ਜਾਂਚ ਕਰ ਰਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਭਉ ਦੇ ਵਿੱਚ ਰਹਿ ਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭਉ 'ਚ ਰਹਿ ਕੇ ਕੋਈ ਜਾਂਚ ਹੋਈ ਹੈ ਕਿ ਜਾਂ ਫਿਰ ਤੁਸੀਂ ਗੱਲ ਕੀਤੀ ਹੈ ਕਿ ਕਿਸੇ ਅਧਰਮੀ ਦੇ ਇਸ਼ਾਰੇ ਤੇ ਇਹ ਜਾਂਚ ਹੋ ਰਹੀ ਹੈ? ਤੁਹਾਡਾ ਕੀ ਕਹਿਣਾ? ਮੈਂ ਕਹਾਂਗਾ ਕਿ ਇਹ ਜਾਂਚ 2016 ਦੇ ਵਿੱਚ ਜੀ ਜਿਹੜੀ ਘਟਨਾ ਵਾਪਰਦੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ, ਜੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ 19 ਮਈ 2016 ਨੂੰ ਅੱਗ ਲੱਗਦੀ ਹੈ ਜੀ ਔਰ ਉਸ ਅੱਗ ਲੱਗਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਟਰ ਹੈਡ ਤੇ ਬਣੀ ਹੋਈ ਆਫਿਸ ਨੋਟ ਦੇ ਮੁਤਾਬਕ 80 ਸਰੂਪ ਜਿਹੜੇ ਨੇ ਉਹ ਅਗਨ ਭੇਟ ਹੋ ਜਾਂਦੇ ਨੇ, ਨੁਕਸਾਨੇ ਜਾਂਦੇ ਨੇ। ਜੀ ਜੀ ਬਿਲਕੁਲ ਹੈ। ਠੀਕ ਹੈ। ਹੋਰ ਉਹਦੇ ਬਾਰੇ ਨੋਟ ਕਦੋਂ ਤਿਆਰ ਹੁੰਦਾ ਹੈ? 20 ਫਰਵਰੀ 2020 ਨੂੰ। ਵਿਚਾਰਨ ਵਾਲੀ ਗੱਲ ਹੈ, ਸੰਗਤਾਂ ਨੂੰ ਪਤਾ ਹੈ ਕਿ 19 ਮਈ 2016 ਨੂੰ ਅੱਗ ਲੱਗਦੀ ਹੈ ਤੇ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਰੂਪ ਨੁਕਸਾਨੇ ਜਾਂਦੇ ਨੇ ਉਹਨਾਂ ਨੂੰ ਕਿਤਾਬਾਂ ਦੇ ਵਿੱਚ ਰਾਈਟ ਆਫ ਕਰਨ ਲਈ ਜੀ ਜੀ 20 ਫਰਵਰੀ 2020 ਨੂੰ ਇੱਕ ਨੋਟ ਤਿਆਰ ਹੁੰਦਾ ਹੈ ਜਿਹਦੇ ਉੱਤੇ ਕਮਲਜੀਤ ਸਿੰਘ ਸਾਈਨ ਕਰਦਾ ਹੈ, ਡਾਕਟਰ ਰੂਪ ਸਿੰਘ ਸਾਈਨ ਕਰਦੇ ਨੇ ਅਤੇ ਹੋਰ ਅਧਿਕਾਰੀ ਸਾਈਨ ਕਰਦੇ ਨੇ ਕਿ ਬਈ ਐਨੇ ਸਰੂਪ ਨੁਕਸਾਨੇ ਗਏ, 4 ਪਲੰਗ ਨੁਕਸਾਨੇ ਗਏ, ਐਨੇ ਪੀੜਾ ਸਾਹਿਬ ਨੁਕਸਾਨੇ ਗਏ ਤੇ ਐਨੇ ਰੁਮਾਲਾ ਸਾਹਿਬ ਤੇ ਇੰਨੀਆਂ ਚਾਦਰਾਂ ਤੇ ਇੰਨੀਆਂ ਦਰੀਆਂ ਨੁਕਸਾਨੀਆਂ ਗਈਆਂ ਨੇ, ਇਹਨਾਂ ਨੂੰ ਰਾਈਟ ਆਫ ਕੀਤਾ ਜਾਣਾ ਚਾਹੇ ਤੇ ਉਹਦੀ ਪ੍ਰਵਾਨਗੀ ਦਿੱਤੀ ਜਾਵੇ। ਕਦੋਂ ਦੀ? 19 ਮਈ ਦੀ ਲੱਗੀ ਹੋਈ ਅੱਗ ਦਾ ਜਿਹੜਾ ਹੈ ਆਫਿਸ ਨੋਟ ਤਿਆਰ ਹੋ ਰਿਹਾ ਹੈ 20 ਫਰਵਰੀ 2020 ਨੂੰ। ਕਿਉਂ? ਕੀ ਸਮਝਦੇ ਹੋ ਕਿਉਂ? ਦੇਖੋ ਜੀ, ਗੱਲ ਬੜੀ ਸਪਸ਼ਟ ਹੈ। ਜੀ 2016 ਦੇ ਵਿੱਚ ਜਦ ਅੱਗ ਲੱਗਦੀ ਹੈ ਤੇ ਪਤਾ ਹੈ ਕਿ 2017 ਦੇ ਵਿੱਚ ਇਲੈਕਸ਼ਨ ਹੈ। ਅੱਛਾ। ਤੇ ਉਸ ਤੋਂ 1 ਸਾਲ ਪਹਿਲਾਂ ਹੀ ਬਰਗਾੜੀ ਦਾ ਕਾਂਡ ਹੁੰਦਾ ਹੈ, ਅੱਛਾ ਅੱਛਾ ਬਹਿਬਲ ਕਲਾ ਕਾਂਡ ਹੁੰਦਾ ਹੈ। ਹੋਰ ਉਸ ਚੀਜ਼ ਨੂੰ ਪਰਦਾ ਪਾਤਾ ਜਾਂਦਾ ਹੈ। ਅੱਛਾ ਅੱਛਾ। ਹੁਣ ਤੁਸੀਂ ਅੰਦਾਜ਼ਾ ਲਗਾਓ, ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਸੀਗੀ, ਤੁਸੀਂ ਨੁਕਤਾ ਬਹੁਤ ਵਧੀਆ ਫੜਿਆ ਹੈ ਕਿ ਬਈ ਧਰਮੀ ਤੇ ਅਧਰਮੀ ਗੁਰੂ ਮਾਨਿਓ ਗ੍ਰੰਥ, ਠੀਕ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੀ ਹੁਣ ਜਿਨ੍ਹਾਂ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਇੰਪੋਰਟੈਂਸ ਹੀ ਨਹੀਂ ਹੈ, ਠੀਕ ਹੈ, ਇਹਦਾ ਸਿਆਸੀਕਰਨ ਕਰਤਾ ਗਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ, ਜੀ। ਆਪਣੀਆਂ ਵੋਟਾਂ ਦੀ ਖਾਤਰ, ਆਪਣੀਆਂ ਵੋਟਾਂ ਦੀ ਖਾਤਰ, ਤੇ ਇਹ ਸਾਰਾ ਕੁਝ ਪਰਦਾ ਪਾਤਾ ਗਿਆ। ਹੋਰ ਮੈਂ ਪੁੱਛਦਾ ਕਿ ਜਿਹੜੀ ਤੁਸੀਂ ਜਾਂਚ ਦੀ ਗੱਲ ਕੀਤੀ ਹੈ, ਜਾਂਚ ਕੀਤੀ ਭਾਈ ਈਸ਼ਰ ਸਿੰਘ ਜੀ ਨੇ। ਜੀ ਹੁਣ ਭਾਈ ਈਸ਼ਰ ਸਿੰਘ ਨੇ ਜਾਂਚ ਕੀਤੀ ਹੈ, ਉਹਨਾਂ ਨੇ ਪੂਰਾ 1 ਮਹੀਨਾ ਲਗਾਇਆ ਹੈ ਔਰ ਉਹਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਸਰੋਤਿਆਂ ਨਾਲ ਸਾਂਝੀ ਕਰ ਲਵਾਂ ਕਿ ਭਾਈ ਈਸ਼ਰ ਸਿੰਘ ਜੀ ਨਾਲ ਕੱਲ ਮੇਰੀ ਕਿਸੇ ਚੈਨਲ ਤੇ ਗੱਲਬਾਤ ਹੋ ਰਹੀ ਸੀਗੀ। ਉਹਨਾਂ ਨੇ ਕਿਹਾ
ਕਿ ਜੀ ਮੈਂ ਸਵੇਰੇ 7 ਵਜੇ ਸਾਡੀ ਟੀਮ ਆ ਜਾਂਦੀ ਸੀਗੀ ਤੇ ਰਾਤ ਦੇ 10 ਵਜੇ ਤੱਕ ਅਸੀਂ ਕੰਮ ਕਰਦੇ ਸੀਗੇ। ਤੇ ਮੈਂ ਕਿਹਾ ਜੀ ਰੋਜ਼ ਦੇ ਤੁਹਾਡੇ 15 ਘੰਟੇ ਹੋ ਗਏ, 15 ਘੰਟੇ ਹੋ ਗਏ, ਤੁਸੀਂ 30 ਦਿਨ ਕੰਮ ਕੀਤਾ, 450 ਘੰਟੇ ਹੋ ਗਏ। ਮੈਂ ਕਿਹਾ ਇਸ 450 ਘੰਟਿਆਂ ਦੀ ਟਾਈਮ ਮੈਨੇਜਮੈਂਟ ਕੀ ਸੀ ਤੁਹਾਡੀ, ਕਿ ਕਿੰਨੇ ਘੰਟੇ ਤੁਸੀਂ ਸਿਆਸਤਦਾਨਾਂ ਦੀ ਇਨਵੈਸਟੀਗੇਸ਼ਨ ਕਰਨੀ ਸੀਗੀ, ਕਿੰਨੇ ਘੰਟੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਤਮਾਨ ਪ੍ਰਧਾਨ ਤੇ ਐਗਜ਼ੈਕਟਿਵ ਤੇ ਪਾਸਟ ਦੀਆਂ ਪ੍ਰਧਾਨ ਤੇ ਐਗਜ਼ੈਕਟਿਵ ਦੀ ਇਨਵੈਸਟੀਗੇਸ਼ਨ ਕਰਨੀ ਸੀਗੀ। ਵਾਟ ਵਾਸ ਦਾ ਐਲੋਕੇਸ਼ਨ, ਟਾਈਮ ਵੰਡ ਕਿਵੇਂ ਸੀਗੀ ਤੁਹਾਡੀ? ਠੀਕ ਹੈ, ਹਾਂਜੀ। ਤੇ ਮੈਂ ਕਿਹਾ ਤੁਸੀਂ ਇਹਦੇ ਵਿੱਚ ਕੋਈ 50-60 ਘੰਟੇ ਮੈਂ ਕਿਹਾ ਬਾਦਲਾਂ ਦੀ ਵੀ ਪੁੱਛਗਿੱਛ ਕਰ ਲੈਂਦੇ, ਕਿਉਂ ਨਹੀਂ ਕੀਤੀ ਜੀ? ਮੈਂ ਕਿਹਾ ਤੁਹਾਡੀ ਰਿਪੋਰਟ ਦਾ ਹਿੱਸਾ ਹੈ। ਜਵਾਬ ਨਹੀਂ ਸੀ ਤਸੱਲੀ ਬਖਸ਼, ਕਹਿੰਦੇ ਸਗੋਂ ਟਾਈਮ ਦੀ ਸ਼ਾਰਟੇਜ ਸੀਗੀ। ਮੈਂ ਕਿਹਾ ਜੇ ਟਾਈਮ ਦੀ ਸ਼ਾਰਟੇਜ ਸੀਗੀ ਤੇ ਕਾਰਜਕਾਰੀ ਜਥੇਦਾਰ ਨੂੰ ਪੁੱਛ ਲੈਂਦੇ, ਕਹਿ ਦਿੰਦੇ ਕਿ ਸਾਡੇ 15 ਦਿਨ ਹੋਰ ਵਧਾ ਦਿਓ, ਕੌਮ ਦੇ ਨਾਲ ਤਾਂ ਇਨਸਾਫ ਕਰਦੇ। ਬਿਲਕੁਲ ਸਵਾਲ ਪ੍ਰੋਫੈਸਰ ਸਾਹਿਬ ਫਿਰ ਗੱਲ ਆ ਗਈ, ਗੱਲ ਕੌਮ ਦੀ ਹੈ ਹੀ ਨਹੀਂ ਸੀ, ਗੱਲ ਤਾਂ ਸਾਡੇ ਇਸ਼ਟ ਨਾਲ ਜੁੜੀ ਸੀ, ਸਾਡੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਸੀ। ਗੁਰੂ ਗ੍ਰੰਥ ਸਾਹਿਬ ਵਾਸਤੇ ਕੀ ਗੱਲ, ਕੋਈ ਇਹੋ ਜਿਹਾ ਸਿੱਖ ਹੈ ਜੀ ਜਿਹਦੇ ਕੋਲ ਟਾਈਮ ਨਹੀਂ ਹੋਏਗਾ? ਕੌਣ ਹੈ ਜਿਹੜਾ ਕਹੇਗਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਜਾਂਚ 'ਚ ਸ਼ਾਮਲ ਨਹੀਂ ਹੋਣਾ ਤੇ ਮੇਰੇ ਕੋਲ ਟਾਈਮ ਹੈ ਨਹੀਂ? ਕੋਈ ਇਦਾਂ ਦਾ ਹੋ ਸਕਦਾ? ਸੋ ਉਹ ਗੱਲ ਉਹਨਾਂ ਨੇ ਮੰਨ ਲਈ, ਮੇਰੇ ਕੋਲ ਰਿਕਾਰਡਿੰਗ ਹੈਗੀ। ਮੈਂ ਕਿਹਾ ਜੀ ਆ ਬਲਾਤਕਾਰੀ ਡੇਰੇ ਵਾਲਾ ਸੀ ਜਿਹੜਾ, ਉਹਦੇ ਪੋਸਟਰ ਨਾਲ ਛੇੜਛਾੜ ਹੋਈ ਸੀ, ਪੋਸਟਰ ਨਾਲ, ਹੈ ਨਾ ਜੀ, ਤੇ ਕਿੱਦਾਂ ਅੱਗਾਂ ਲੱਗੀਆਂ ਤੇ ਕੀ ਕੁਝ ਹੋਇਆ। ਇੱਕ ਜਿਹੜਾ ਬਲਾਤਕਾਰੀ ਹੈ ਉਹਦੇ ਪੋਸਟਰ ਦੇ ਨਾਲ ਗੜਬੜ ਹੁੰਦੀ ਹੈ, ਪੋਸਟਰ ਨਾਲ ਛੇੜਛਾੜ ਹੁੰਦੀ ਹੈ ਤੇ ਕੀ ਕੁਝ ਹੋ ਜਾਂਦਾ ਹੈ। ਔਰ ਸਿੱਖੋ ਤੁਹਾਡੇ ਤੇ ਗੁਰੂ ਗ੍ਰੰਥ ਸਾਹਿਬ ਨਾਲ ਹੋਈ, ਔਰ ਅੰਤਰਿਮ ਕਮੇਟੀ ਵਾਲਿਓ ਤੁਹਾਨੂੰ ਕੋਲ ਇੰਨਾ ਸਮਾਂ ਨਹੀਂ, ਤੁਸੀਂ ਰੋਜ਼ 15-15 ਘੰਟੇ ਕੰਮ ਕੀਤਾ ਹੈ ਤੇ ਕੀ ਗੱਲ ਹੈ, ਤੁਹਾਡੇ ਲੱਤਾਂ 'ਚ ਜਾਨ ਹੈ ਨਹੀਂ ਸੀ, ਜਾਂ ਤੁਹਾਡੇ ਬੋਲਾਂ 'ਚ, ਜਾਂ ਤੁਹਾਡੇ ਕੋਲੇ ਤਾਕਤ ਹੀ ਹੈ ਨਹੀਂ ਸੀ ਕਿ ਤੁਸੀਂ ਤਾਕਤਵਰ ਲੋਕਾਂ ਤੋਂ ਪੁੱਛਗਿੱਛ ਕਰ ਸਕਦੇ। ਸੋ ਗੁਨਾਹਗਾਰ ਤੁਸੀਂ ਮੰਨਦੇ ਆ ਵੀ ਚੰਦ ਸਿੱਕਿਆਂ ਦੀ ਖਾਤਰ, ਕਿਸੇ ਚੀਜ਼ ਦੀ ਖਾਤਰ ਕੋਈ ਬੰਦਾ ਵਿਕ ਜਾਏਗਾ ਜੀ, ਮੰਨੇ ਆ ਕਿ ਉਹਦੇ ਕਰਕੇ। ਲੇਕਿਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੇਸ ਵਿੱਚ ਕੋਈ ਪ੍ਰਕਾਰ ਦੀ ਸੌਦੇਬਾਜ਼ੀ ਨਹੀਂ ਹੋਣੀ ਚਾਹੀਦੀ। ਪਰ ਹੋਈ ਹੋਏਗੀ ਲੱਗਦਾ ਤੁਹਾਨੂੰ? ਹੁਣ ਦੇਖੋ ਹੋਈ ਹੋਏਗੀ ਜੀ, ਬਿਲਕੁਲ ਹੋਏਗੀ, ਬਿਲਕੁਲ ਹੋਈ ਹੈ। 27 ਅਗਸਤ ਨੂੰ ਜਿਵੇਂ ਤੁਸੀਂ ਪੁੱਛਿਆ ਯੂ ਟਰਨ ਆ ਗਿਆ ਜੀ, 27 ਅਗਸਤ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕਰਦੇ ਨੇ ਕਿ ਦੋਸ਼ੀ ਕਰਮਚਾਰੀਆਂ ਦੇ ਖਿਲਾਫ ਫੌਜਦਾਰੀ ਕੇਸ ਵੀ ਰਜਿਸਟਰ ਹੋਣਗੇ। ਬਿਲਕੁਲ ਕਿਹਾ ਜੀ। ਲੇਕਿਨ 6 ਸੈਪਟੈਂਬਰ ਦੀ ਮੀਟਿੰਗ ਦੇ ਵਿੱਚ ਵਿਦਿਨ ਅ ਪੀਰੀਅਡ ਆਫ 10 ਡੇਜ਼, ਲੈਸ ਦੈਨ 10 ਡੇਜ਼, ਇਹ ਕੀ ਕਹਿੰਦੇ ਨੇ ਕਿ ਭਈ ਅਸੀਂ ਕੇਵਲ ਤੇ ਕੇਵਲ ਅਸੀਂ ਇਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਕਰਾਂਗੇ, ਫੌਜਦਾਰੀ ਕਾਰਵਾਈ ਨਹੀਂ ਕਰਾਂਗੇ। ਇਹ ਯੂ ਟਰਨ ਕਿਉਂ ਆ ਗਿਆ? ਮੈਂ ਦਰਸ਼ਕਾਂ ਨੂੰ ਬਿਲਕੁਲ ਦੱਸੋ ਇਹ ਯੂ ਟਰਨ। ਦਰਸ਼ਕੋ ਇਹ ਗੱਲ ਤਾਂ ਬੜੀ ਸੋਚਣ ਵਾਲੀ ਹੈ। ਮੈਂ 1 ਮਿੰਟ ਤੁਹਾਡੀ ਗੱਲ ਕਰਨ ਤੋਂ ਪਹਿਲਾਂ ਦੇਖੋ, ਮੈਂ ਤੁਹਾਡੇ ਰੂਬਰੂ ਜਿਨ੍ਹਾਂ ਨੂੰ ਕਰ ਰਿਹਾ ਨਾ ਉਹ ਪ੍ਰੋਫੈਸਰ ਸਾਹਿਬ ਨੇ, ਔਰ ਮੈਂ ਇਹ ਗੱਲ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਜੋ ਇਹਨਾਂ ਵੱਲੋਂ ਇਸ ਵੇਲੇ ਬੋਲ ਇਹਨਾਂ ਦੀ ਰਸਨਾ ਤੋਂ ਤੁਹਾਡੇ ਸਾਹਮਣੇ ਆ ਰਹੇ ਨੇ, ਇਹਨਾਂ ਦੀ ਬੋਲ ਨੂੰ ਤੋਲ ਵੀ ਲਿਓ, ਨਾਪ ਵੀ ਲਿਓ, ਪਰਖ ਵੀ ਲਿਓ। ਇਹ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਹੈਗੀ। ਇਹ ਜੋ ਬਿਆਨਬਾਜ਼ੀ ਦੇਣ ਲੱਗੇ ਨੇ ਗੁਰੂ ਦੇ ਡਰ 'ਚ, ਗੁਰੂ ਦੇ ਭਉ 'ਚ ਰਹਿਣ ਵਾਲੇ, ਗੁਰਬਾਣੀ ਦੇ ਸਿਮਰਨ ਵਾਲੇ, ਔਰ ਜੋ ਸ਼ਖਸੀਅਤਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਿਹੜੇ ਸੰਘਰਸ਼ੀਲ ਨੇ, ਉਸ ਜਿਹੜੇ ਨੇ ਜਥੇਬੰਦੀ ਦੇ ਵਿੱਚੋਂ ਨੇ। ਸੋ ਪ੍ਰੋਫੈਸਰ ਸਾਹਿਬ ਦੱਸਿਓ ਜਰਾ ਇੱਕ ਵਾਰੀ। ਹੁਣ ਮੈਂ ਇਹ ਸਮਝਦਾ ਕਿ ਜਿਹੜੇ ਦੋਸ਼ੀ ਕਰਮਚਾਰੀਆਂ ਦੇ ਖਿਲਾਫ ਇਹਨਾਂ ਨੇ ਯੂ ਟਰਨ ਲੈ ਲਿਆ ਕਿ ਅਸੀਂ ਫੌਜਦਾਰੀ ਕੇਸ ਨਹੀਂ ਕਰਾਂਗੇ, FIR ਦਰਜ ਨਹੀਂ ਕਰਾਂਗੇ, ਉਹਦਾ ਮੁੱਖ ਕਾਰਨ ਇਹ ਹੈ ਕਿ ਤੁਹਾਨੂੰ ਪਤਾ ਜਿਸਲੇ FIR ਰਜਿਸਟਰ ਹੋ ਗਈ ਤੇ ਉਹ ਮਸਲਾ ਅਦਾਲਤ ਵਿੱਚ ਜਾਣਾ ਜਿਸਲੇ ਅਦਾਲਤ ਵਿੱਚ ਜਾਏਗਾ, ਜਿਹੜਾ ਵਿਕਟਿਮ ਹੈਗਾ, ਜਿਹੜੇ ਵਿਚਾਰੇ ਨੂੰ ਨੌਕਰੀ ਗਈ ਹੈ, डिसमिस होया, सस्पेंड होया, वो तो जाकर के जथेदार अकाल तख्त ਨੂੰ ਵੀ ਪਾਰਟੀ ਬਣਾਏਗਾ। ਬਿਲਕੁਲ ਬਣਾਏਗਾ ਜੀ। ਉਹਨੇ ਪ੍ਰਧਾਨ ਨੂੰ ਵੀ ਪਾਰਟੀ ਬਣਾਉਣਾ, ਉਹਨੇ ਅੰਤਰਿਮ ਕਮੇਟੀ ਨੂੰ ਵੀ ਪਾਰਟੀ ਬਣਾਉਣਾ। ਜਿਹਦੇ ਢਿੱਡ ਤੇ ਉੱਥੇ ਆ ਕਰਕੇ ਗੱਲ ਖੁੱਲਣੀ ਅਦਾਲਤ ਵਿੱਚ, ਬਿਆਨ ਹੋਣਗੇ ਹੈ ਕਿ ਜੀ ਫਲਾਣੇ ਬੰਦੇ ਦੇ ਕਹਿਣ ਦੇ ਉੱਤੇ ਮੈਂ 20 ਸਰੂਪ ਫਲਾਣੀ ਸੰਪਰਦਾ ਨੂੰ ਦਿੱਤੇ ਜੀ, ਫਲਾਣੇ ਡੇਰੇ ਤੇ ਜਾ ਕੇ ਮੈਂ 40 ਸਰੂਪ ਦਿੱਤੇ ਹੈ ਜੀ, ਇਸ ਗੱਡੀ 'ਚ ਦੇ ਕੇ ਆਇਆ, ਇਸ ਬੱਸ 'ਚ ਦੇ ਕੇ ਆਇਆ। ਇਹ ਬਾਦਲਾਂ ਦੇ ਕਹਿਣ ਤੇ ਮੈਂ ਫੋਨ ਆਇਆ ਤੇ ਮੈਂ ਐਨੇ ਦੇ ਦਿੱਤੇ, ਫਲਾਣੇ ਪ੍ਰਧਾਨ ਦੇ ਕਹਿਣ ਤੇ ਫੋਨ ਆਇਆ ਤੇ ਐਨੇ ਦੇ ਦਿੱਤੇ। ਇਹ ਗੱਲਾਂ ਅਦਾਲਤ ਵਿੱਚ ਖੁੱਲਣੀਆਂ ਸੀ, ਜਿਹਦੇ ਨਾਲ ਕੀ ਹੋਣਾ ਸੀਗਾ ਕਿ ਇਹ ਸਾਰੇ ਪ੍ਰਧਾਨ ਤੇ ਅੰਤਰਿਮ ਕਮੇਟੀ ਤੇ ਪਿੱਛੇ ਜਿਹੜੇ ਸਿਆਸਤਦਾਨ ਇੱਕ ਪਰਿਵਾਰ ਬੈਠਾ ਇਹ ਸਾਰੇ ਨੰਗੇ ਹੋ ਜਾਣੇ ਸੀਗੇ। ਅੱਛਾ ਸਾਰੇ ਨੰਗੇ ਹੋ ਜਾਣੇ ਸੀਗੇ। ਉਹਨਾਂ ਨੇ ਕਿਹਾ ਬਈ ਆਪਣਾ ਬਚਾਅ ਵੀ ਕਰੋ ਤੇ ਇਹਨਾਂ ਦਾ ਵੀ ਬਚਾਅ ਵੀ ਕਰੋ। ਮਸਲਾ ਜਿਹੜਾ ਹੈ ਇਹ ਅਦਾਲਤ ਵੀ ਨਹੀਂ ਜਾਣਾ ਚਾਹੀਦਾ। ਲੌਂਗੋਵਾਲ ਪ੍ਰਧਾਨ ਨੇ ਕੀ ਕਹਿਤਾ, ਭਾਈ ਲੌਂਗੋਵਾਲ ਪ੍ਰਧਾਨ ਕੀ ਕਹਿੰਦੇ ਨੇ कि भाई श्रोमणी गुरुद्वारा प्रबंधक कमेटी गुरुद्वारा एक्ट के अंडर इतनी समर्थ है, इतनी पावरफुल है, इतनी आज़ाद है कि
ਉਹ ਆਪਣੇ ਆਪ ਵਿਭਾਗੀ ਕਾਰਵਾਈ ਕਰਕੇ ਇਹਨਾਂ ਨੂੰ ਪਨਿਸ਼ਮੈਂਟ ਦੇ ਸਕਦੀ ਹੈ, ਪੈਨਲਾਈਜ਼ ਕਰ ਸਕਦੀ ਹੈ। ਮੈਂ ਇੱਕ ਸਵਾਲ ਕਰਨਾ ਚਾਹੁੰਦਾ ਜੀ ਮੈਂ ਇੱਕ ਛੋਟਾ ਜਿਹਾ ਸਵਾਲ ਕਰੋ। ਮੈਂ ਸਵਾਲ ਇਹ ਕਰਨਾ ਹੈ, ਭਾਈ ਲੌਂਗੋਵਾਲ ਜੀ, ਜੇ ਸ਼੍ਰੋਮਣੀ ਕਮੇਟੀ ਆਜ਼ਾਦ ਹੈ ਤੇ ਫਿਰ ਇਹ ਦੱਸਣ ਦੀ ਖੇਚਲ ਕਰੋ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਪੰਥ ਨੇ ਇਤਨੀ ਮਿਹਨਤ ਦੇ ਨਾਲ ਤਿਆਰ ਕੀਤਾ ਸੀਗਾ ਤੇ ਕੁਝ ਸਾਲ ਪੰਥ ਵਿੱਚ ਲਾਗੂ ਵੀ ਰਿਹਾ, ਉਸ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜਾ ਹੈ ਉਹ ਗੁਰਪੁਰਬ ਵੀ ਮਨਾਏ ਗਏ, ਇਤਿਹਾਸਿਕ ਦਿਹਾੜੇ ਵੀ ਮਨਾਏ ਗਏ, ਤੇ ਅੱਜ ਉਸ ਨਾਨਕਸ਼ਾਹੀ ਕੈਲੰਡਰ ਦਾ ਤੁਸੀਂ ਬਿਕਰਮੀ ਕੈਲੰਡਰ 'ਚ ਕਨਵਰਟ ਕਰਤਾ। ਸ਼੍ਰੋਮਣੀ ਕਮੇਟੀ ਕਿੱਥੇ ਆਜ਼ਾਦ ਹੈ? ਜਿਹੜਾ ਦੱਸੋ ਤਾਂ ਸਹੀ ਤੁਸੀਂ। ਜੇ ਸ਼੍ਰੋਮਣੀ ਕਮੇਟੀ ਦੀ ਸਮਰੱਥਾ ਸੀਗੀ, 27 ਤਰੀਕ ਨੂੰ ਤੁਹਾਨੂੰ ਉਹਦੀ ਸਮਰੱਥਾ ਚੇਤੇ ਨਹੀਂ ਆਈ, 6 ਸੈਪਟੰਬਰ ਨੂੰ ਸਮਰੱਥਾ ਚੇਤੇ ਆ ਗਈ ਜੀ। 6 ਸੈਪਟੰਬਰ ਨੂੰ ਬਿਲਕੁਲ ਜੀ। ਆਮ ਕਹਿਣ ਦਾ ਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਆਫਟਰ ਥਾਟ ਹੈ, ਤੇ ਪਤਾ ਲੱਗ ਗਿਆ ਕਿ ਵੀ ਜੇ ਫੌਜਦਾਰੀ ਕੇਸ ਰਜਿਸਟਰ ਕਰਾਂਗੇ, ਜਥੇਦਾਰ ਅਕਾਲ ਤਖਤ ਵੀ ਪਾਰਟੀ ਬਣੇਗਾ, ਪ੍ਰਧਾਨ ਵੀ ਪਾਰਟੀ ਬਣੇਗਾ, ਅੰਤਰਿਮ ਕਮੇਟੀਆਂ ਵੀ ਬਣਨਗੀਆਂ, ਤੇ ਜਿਹੜੇ ਸਾਬਕਾ ਪ੍ਰਧਾਨ ਨੇ ਉਹ ਸਾਰੇ ਲਪੇਟੇ ਚ ਆ ਜਾਣਗੇ। ਭਾਈ ਗੱਲ ਬੜਾ ਕਲੀਅਰ ਸੀ ਵੀ ਜਦੋਂ ਢਿੱਡ ਤੇ ਲੱਤ ਵੱਜਦੀ ਹੈ ਨਾ ਕਿਸੇ ਦੇ, ਉਹ ਨਹੀਂ ਬਖਸ਼ਦਾ। ਇਹੀ ਹਾਲ ਹੋਇਆ ਭਾਈ ਕਵਲਜੀਤ ਦੇ ਨਾਲ, ਜਿਹੜੇ ਜਿਨ੍ਹਾਂ ਦੀ ਰਿਟਾਇਰਮੈਂਟ ਹੁੰਦੀ ਹੈ। ਜਦੋਂ ਰਿਟਾਇਰਮੈਂਟ ਹੁੰਦੀ ਹੈ ਤੇ ਉਹਦੇ ਪੈਸਿਆਂ ਨੂੰ ਜਦੋਂ ਇਹਨਾਂ ਨੇ ਦਬਕਾ ਦੁਬਕਾ ਮਾਰਨਾ ਵੀ ਚਾਹਿਆ ਜਾਂ ਕਰਨਾ ਵੀ ਚਾਹਿਆ, ਜੇਕਰ ਉਹਦੇ ਢਿੱਡ ਤੇ ਲੱਤ ਨਾ ਵੱਜਦੀ ਤੇ ਪਤਾ ਨਹੀਂ ਇਹ ਕਿੰਨੇ ਸਾਲ ਇਹ ਮਾਮਲਾ ਇਦਾਂ ਹੀ ਦੱਬਿਆ ਰਹਿੰਦਾ, ਉਜਾਗਰ ਹੀ ਨਹੀਂ ਸੀ ਹੋਣਾ। ਔਰ ਇਹ ਜੋ ਕੁਝ ਵੀ ਹੈ, ਅਸੀਂ ਬੇਸ਼ੱਕ ਕਿਸੇ ਦੀ ਚਿਤਰਾਈ ਨਹੀਂ ਹੈ, ਕਿਸੇ ਦਾ ਕੁਝ ਨਹੀਂ ਹੈ, ਇਹ ਸਾਹਿਬ ਨੇ ਆਪ ਕਰਵਾਇਆ ਹੈ। ਗੁਰੂ ਸਾਹਿਬਾਂ ਨੂੰ ਪਤਾ ਸੀ ਇੱਥੇ ਦੋਸ਼ੀ ਇਹ ਪਾਪੀ ਕਿੱਦਾਂ ਸਾਹਮਣੇ ਆਣੇ ਨੇ, ਔਰ ਇਹਨਾਂ ਦੋਸ਼ੀਆਂ ਦੇ ਨਾਲ ਕੀ ਹਸ਼ਰ ਹੋਣਾ ਚਾਹੀਦਾ ਹੈ। ਇਹ ਗੁਰੂ ਰਾਮਦਾਸ ਦੀ ਮਰਜ਼ੀ ਤੋਂ ਬਗੈਰ ਕੁਝ ਨਹੀਂ ਹੋਇਆ, ਉਹਨਾਂ ਦੀ ਰਜ਼ਾ 'ਚ ਹੋਇਆ। ਉਹਨਾਂ ਨੇ ਕਿਹਦੇ ਕੋਲੋਂ ਕਰਵਾਉਣਾ ਸੀ, ਕਿੱਦਾਂ ਕਰਵਾਇਆ, ਇਹ ਸਭ ਗੁਰੂ ਮਹਾਰਾਜ ਦੀ ਰਜ਼ਾ ਹੈ। ਔਰ ਬਾਕੀ ਹੁਣ ਇੱਕ ਛੋਟੀ ਜਿਹੀ ਗੱਲ ਹੋਰ ਸਾਂਝੀ ਕਰ ਲਵਾਂ, ਫਿਰ ਮੈਂ ਤੁਹਾਡੇ ਅਗਲੇ ਸਵਾਲ ਦਾ ਜਵਾਬ ਦਿਆਂਗਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਨਲਾਈਨ ਆਪਣੀਆਂ ਸਰਾਵਾਂ ਦੀ ਬੁਕਿੰਗ ਵਗੈਰਾ ਦਾ ਸਿਸਟਮ ਸ਼ੁਰੂ ਕਰਤਾ ਹੈ। ਠੀਕ ਹੈ, ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿੰਟਿੰਗ ਅਤੇ ਕਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਿੱਤੇ ਜਾਂਦੇ ਨੇ ਜੀ, ਇਹ ਸਾਰਾ ਕੁਝ ਸਿਸਟਮ ਆਨਲਾਈਨ क्यों नहीं हैगा? जी बिल्कुल, बड़ा बड़ा सवाल है। बिल्कुल डिजिटल जमाना, डिजिटल युग है, डिजिटल कर दो सारा। जेड़ा बंदा कनाडा बैठा है, अमेरिका बैठा है, यूके बैठ के जे बैठा है, वो देख सके ऑनलाइन कि किन्ने श्री गुरु ग्रंथ साहिब जी दे स्वरूप 2018 में छापे गए जी ते किथे किन्ने स्वरूप दिते गए। प्रोफैसर बलजिंदर जी, संत जरनैल सिंह खालसा जी की अक्सर असी देखने की धारना बड़ी पढ़ते हैं, सारे ही पढ़ते हैं, और यूट्यूब के उत्ते भी काफ़ी है, सोशल मीडिया पर भी काफ़ी है। वो कहते सिर जावे तो जावे, मेरा सिक्खी सिदक ना जावे। पर मौजूदा हालात च कहते ने सिक्खी जावे तो जावे, ते भावें श्री गुरु ग्रंथ साहब भी जावे तो जावे, पर मेरी जेब चो नोट ना जाते, मेरी कुर्सी ना जावे। की कहना जी उदों तो होंदे हालात? देखो जी, मैं तो ये कहांगा कि अज अधर्मी लोगों का बोलबाला ज़्यादा है जी। ठीक है जी। ਅੱਜ ਦੇ ਸਮੇਂ ਦੇ ਦੌਰਾਨ ਤੁਸੀਂ ਦੇਖੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਤੋਂ ਉੱਤੇ ਮੈਂਬਰ ਨੇ, ਸਾਰੇ ਦੇ ਸਾਰੇ ਮੈਂਬਰਾਂ ਦੀ ਜ਼ਮੀਰਾਂ ਮਰੀਆਂ ਹੋਈਆਂ ਨੇ। 170 ਚੋਂ ਇੱਕ ਵੀ ਨਹੀਂ ਜਿਉਂਦੀ ਜ਼ਮੀਰ ਵਾਲਾ? ਇੱਕ ਵੀ ਨਹੀਂ ਬੋਲਿਆ। ਕਿਉਂ? ਉਹਨਾਂ ਨੂੰ ਪਤਾ ਹੈ ਜੇ ਅਸੀਂ ਬੋਲ ਪਏ ਤਾਂ ਕਿਧਰੇ ਅਗਲੀਆਂ ਚੋਣਾਂ ਦੇ ਵਿੱਚ ਸਾਡੀ ਟਿਕਟ ਹੀ ਨਾ ਕੈਂਸਲ ਹੋ ਜਾਏ। नहीं तो टिकट मिल गई, मान लो टिकट मिल गई तो अपने आप जिते कितना समझे, ये लोग जिते कितना समझे, जमीरां मार चुके ने। श्रोमणी गुरुद्वारा प्रबंधक कमेटी, मैं संगतां नूं एक गल दस दियां, मेरे को सबूत ने कि ये प्रबंधक जिहड़े ने कमिशनां लैंदे ने, भ्रिष्टाचार दे नाल ओत-पोत ने। श्रोमणी गुरुद्वारा प्रबंधक कमेटी दे विच अज दी डेट में जिन्ना भ्रिष्टाचार है, मेरे ख्याल नाल ये शायद ਅੰਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਵੀ ਇੰਨਾ ਭ੍ਰਿਸ਼ਟਾਚਾਰ ਨਹੀਂ ਹੋਏਗਾ ਜਿੰਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਭ੍ਰਿਸ਼ਟਾਚਾਰ ਹੈ। ਮੈਂ ਇੱਥੇ ਇੱਕ ਗੱਲ ਕਹਿ ਦਿਆਂ ਜੀ, ਤੁਹਾਡੇ ਸਵਾਲ ਸ਼ਾਇਦ ਹੋਏਗਾ ਵੀ ਜੀ, ਹੈ ਜੇ ਤੁਸੀਂ ਵੀ ਇਜਾਜ਼ਤ ਦਿਓ ਤਾਂ। ਨਹੀਂ, ਕਰੋ ਪ੍ਰੋਫੈਸਰ। ਉਹ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤੇ ਅੰਤਰਿਮ ਕਮੇਟੀ ਇਹ ਵੀ ਦੋਸ਼ੀ ਨੇ ਜੀ। ਹੁਣ ਹੈਰਾਨਗੀ ਦੀ ਗੱਲ ਹੈ ਤੇ ਦੁੱਖ ਦੀ ਗੱਲ ਹੈ, ਇਹ ਆਪ ਹੀ ਦੋਸ਼ੀ ਤੇ ਆਪ ਹੀ ਆਪਣੀ ਸਜ਼ਾ ਨਿਰਧਾਰਿਤ ਕਰ ਰਹੇ ਨੇ ਕਿ ਅਸੀਂ 18 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕਰਕੇ ਖੁਦ
ਆਪਣਾ ਮਾਫੀਨਾਮਾ ਉੱਥੇ ਦਿਆਂਗੇ, ਗੁਰੂ ਅੱਗੇ ਅਰਦਾਸ ਕਰਕੇ ਮਾਫੀ ਮੰਗਾਂਗੇ ਤੇ ਦੱਸੋ। ਪਰ ਪ੍ਰੋਫੈਸਰ ਸਾਹਿਬ ਬਿਲकुल ਪ੍ਰੋਫੈਸਰ ਸਾਹਿਬ ਇੱਥੇ ਸਵਾਲ ਬਹੁਤ ਵੱਡਾ ਖੜਾ ਹੁੰਦਾ ਕਿ ਜੋ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦੀ, ਅਗਰ ਕੋਈ ਬੰਦਾ ਦੋਸ਼ੀ ਹੈ ਉਹ ਦੋਸ਼ੀ ਸ੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਆਪਣਾ ਗੁਨਾਹ ਕਬੂਲ ਕਰੇ ਔਰ ਕਬੂਲ ਕਰਨ ਤੋਂ ਬਾਅਦ ਜੋ ਪੰਜ ਪਿਆਰੇ ਸਾਹਿਬਾਨ ਜੋ ਉੱਥੇ ਤਖਤ ਦੀ ਜੋ ਮਰਿਆਦਾ ਸ੍ਰੀ ਜਥੇਦਾਰ ਸਾਹਿਬਾਨ ਨੇ ਉਹਦੇ ਦੋਸ਼ ਨੂੰ ਸੁਣਨਗੇ, ਉਹਦੀ ਗਲਤੀ ਨੂੰ ਸੁਣਨਗੇ, ਉਹਨੂੰ ਵਿਚਾਰਨਗੇ ਕਿ ਉਹ ਮਾਫ ਕਰਨ ਯੋਗ ਹੈ ਕਿ ਨਹੀਂ ਹੈ, ਔਰ ਜੇ ਅਗਰ ਹੈ ਤਾਂ ਉਹਦੀ ਸਜ਼ਾ ਕੀ ਤੈਅ ਹੋਣੀ ਚਾਹੀਦੀ ਹੈ, ਉਹ ਬਾਅਦ ਦਾ ਪਾਸਾ ਹੈ। ਪਹਿਲਾ ਕੰਮ ਹੈ ਕਿ ਉੱਥੇ ਖੜ ਕੇ ਉਹਦਾ ਕਬੂਲਨਾਮਾ ਔਰ ਉੱਥੇ ਸਭ ਦੇ ਸਾਹਮਣੇ ਇਹ ਦੱਸਣਾ ਹੈ ਕਿ ਉਹਨੇ ਗਲਤੀ ਕੀਤੀ ਕੀ ਗੁਨਾਹ ਕੀਤਾ ਕੀ, ਔਰ ਹਾਂ ਉਹ ਗੁਨਾਹ ਦੀ ਸਜ਼ਾ ਮੈਂ ਭੁਗਤਣ ਲਈ ਤਿਆਰ ਹਾਂ, ਮੈਨੂੰ ਮੇਰਾ ਪੰਥ ਮੇਰੇ ਗੁਰੂ ਸਾਹਿਬ ਜੋ ਵੀ ਸਜ਼ਾ ਦੇਣ ਮੈਂ ਭੁਗਤਣ ਲਈ ਤਿਆਰ ਹਾਂ। ਇਹ ਹੈ ਪਹਿਲਾ ਸਟੈਪ। ਦੂਸਰਾ ਸਟੈਪ ਹੈ ਕਿ ਜੋ ਪੰਚ ਪ੍ਰਧਾਨੀ ਜੋ ਸਿਸਟਮ ਹੈ ਉਹਦੇ ਮੁਤਾਬਕ ਜਦੋਂ ਜਥੇਦਾਰ ਸਾਹਿਬ ਉਹਨੂੰ ਵਿਚਾਰਨਗੇ ਉਸ ਦੇ ਬਾਅਦ ਉਹ ਤੈਅ ਕਰਨਗੇ ਕਿ ਸਜ਼ਾ ਦੇ ਕਾਬਲ ਕਿਹੋ ਜਿਹਾ ਤੇ ਕਿਹੋ ਜਿਹਾ ਨਹੀਂ। ਇਹ ਅਸੀਂ ਕਾਨੂੰਨੀ ਦਾਇਰੇ 'ਚ ਪਾਉਣਾ ਹੈ ਕਿ ਜਾਂ ਇਹਨੂੰ ਧਾਰਮਿਕ ਸਿੱਖੀ ਰਵਾਇਤਾਂ ਮੁਤਾਬਕ ਜਿਹੜੀਆਂ ਨੇ, ਸਿੱਖੀ ਪਰੰਪਰਾ ਮੁਤਾਬਕ ਸਜ਼ਾ ਦੇਣੀਆਂ ਨੇ। ਇਹ ਹੈ ਜੀ ਅਸਲ ਦੇ ਵਿੱਚ ਕਹਾਣੀ। ਲੇਕਿਨ ਜਿਹੜੀ ਮਿੱਟੀ ਪਾਈ ਜਾ ਰਹੀ ਹੈ ਨਾ ਕਹਾਣੀ, ਕੌਮ ਨੂੰ ਨਹੀਂ ਪਤਾ ਮਿੱਟੀ ਪਾਈ ਜਾ ਰਹੀ ਹੈ। ਇਹ ਗੱਲ ਬੜੀ ਇੰਪੋਰਟੈਂਟ ਹੈ ਜੋ ਤੁਸੀਂ ਕਹੀ ਹੈ। ਔਰ ਵਾਕਈ 'ਚ ਮਿੱਟੀ ਪਾਈ ਜਾ ਰਹੀ ਹੈ। ਇੱਕ ਦੋਸ਼ੀ ਵਿਅਕਤੀ ਖੁਦ ਕਹਿ ਰਿਹਾ ਕਿ ਮੈਂ ਜਾਵਾਂਗਾ ਤੇ ਮੈਂ ਜਾ ਕੇ ਉੱਥੇ ਖਿਮਾ ਯਾਤਨਾ ਕਰਾਂਗਾ ਤੇ ਮਸਲਾ ਖਤਮ ਹੋ ਜਾਏਗਾ। ਪ੍ਰੋਫੈਸਰ ਸਾਹਿਬ ਸਕ੍ਰਿਪਟ ਪਹਿਲਾਂ ਤਿਆਰ ਹੈ ਸਾਰੇ ਬੰਦਿਆਂ ਨੂੰ। ਕੀ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਨੂੰ ਦੋਸ਼ੀ ਲਿਸਟ ਦੇ ਵਿੱਚ ਪਾਇਆ ਗਿਆ ਹੈ ਉਹਨਾਂ ਨੂੰ ਪਹਿਲਾਂ ਸਾਰਾ ਦੱਸਿਆ ਗਿਆ ਕਿ ਅਸੀਂ ਤੁਹਾਨੂੰ ਲਿਸਟ 'ਚ ਪਾਵਾਂਗੇ ਔਰ ਉਹਦੇ ਬਾਅਦ ਆਹ ਤੁਹਾਡੇ ਨਾਲ ਆਇਤ ਹੋਏਗੀ, ਤੁਹਾਨੂੰ 2-4 ਮਹੀਨੇ ਤਨਖਾਹ ਜਿਹੜੀ ਨਾ ਵੈਸੇ ਕਹਿਣ ਨੂੰ ਇਹ ਮੈਂ ਮਤਲਬ ਮੇਰੇ ਇਹ ਸੰਭਾਵਨਾ ਪੂਰੀ ਮਤਲਬ ਇਹਦੇ ਤੇ ਅਸੀਂ ਇਹ ਅਕਾਲਪਨਿਕ ਹੈ, ਮਤਲਬ ਸਾਨੂੰ ਨਹੀਂ ਹੈ ਵੀ ਕੀ ਹੈ, ਮਤਲਬ ਇਹਦੇ 'ਚ ਇਹ ਹੋ ਸਕਦਾ ਕਿ ਉਹਨਾਂ ਸਾਰਿਆਂ ਨੂੰ ਕਿਹਾ ਤੁਸੀਂ ਨਾਰਾਜ਼ ਨਹੀਂ ਹੋਣਾ ਮਿੱਤਰੋ, ਅਸੀਂ ਤੁਹਾਨੂੰ ਵੈਸੇ ਪਾ ਰਹੇ ਹਾਂ, ਤਨਖਾਹ ਤੁਹਾਨੂੰ ਪੂਰੀ ਆਊਗੀ, ਕਾਗਜ਼ਾਂ ਦੇ ਵਿੱਚ ਅਸੀਂ ਅੱਧੀ ਵਿਖਾਵਾਂਗੇ ਔਰ ਉਹਦੇ ਮੁਤਾਬਕ ਤੁਹਾਨੂੰ ਵੱਡੇ ਅਹੁਦੇ ਤੇ ਸਾਨੂੰ ਥੋੜੇ ਦਿਨ ਵਾਸਤੇ ਸੰਗਤਾਂ ਦੇ ਅੱਖਾਂ 'ਚ ਘੱਟਾ ਪਾਉਣਾ ਤੇ ਸਸਪੈਂਡ ਕਰਾਂਗੇ, ਫਿਰ ਇੱਥੋਂ ਚੱਕ ਕੇ ਕਿਸੇ ਹੋਰ ਗੁਰਦੁਆਰੇ ਤੁਹਾਨੂੰ ਭੇਜ ਦਾਂਗੇ, ਉੱਥੇ ਜਾ ਕੇ ਫਿਰ ਤੁਹਾਨੂੰ ਬਹਾਲ ਕਰ ਦਾਂਗੇ। ਆ ਬਸ 2-4 ਦਿਨਾਂ ਦੀ ਗੱਲ ਹੈ। ਤੁਹਾਨੂੰ ਪਤਾ ਤਾਂ ਹੈ ਕਿੱਡੀ ਭੁਲੱਕੜ ਕੌਮ ਹੈ, ਕਿਹੋ ਜਿਹੀ ਕੌਮ ਹੈ ਤੁਹਾਨੂੰ ਪਤਾ ਹੈ। ਇੱਥੇ ਤਾਂ 2 ਦਿਨ ਪਹਿਲਾਂ ਬੇਅਦਬੀ ਕਰਕੇ ਦੇਖ ਲਓ ਤੇ ਤੀਜੇ ਦਿਨ ਮਾਫੀ ਮੰਗ ਲਓ। ਦੇਖੋ ਜਿਹੜਾ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ 18 ਤਰੀਕ ਨੂੰ ਜਾਵਾਂਗੇ ਜੀ, ਇਸ ਵੇਲੇ ਕੌਮ ਦੀ ਆਵਾਜ਼ ਕੀ ਹੈ, ਕੌਮ ਦੀ ਨਬਜ਼ ਕੀ ਹੈ, ਕੌਮ ਕੀ ਸੋਚ ਰਹੀ ਹੈ? ਕੌਮ ਕਹਿੰਦੀ ਹੈ, ਲੋਕ ਕਹਿੰਦੇ ਨੇ, ਸੰਗਤ ਕਹਿੰਦੀ ਹੈ। ਨਹੀਂ ਮੇਰਾ ਸਵਾਲ ਪਹਿਲੇ ਤਾਂ ਜਵਾਬ ਦਿਓ। ਉਹ ਜਿਹੜੇ ਬੰਦੇ ਦੋਸ਼ੀਆਂ ਦੀ ਲਿਸਟ ਹੈ ਤੁਹਾਨੂੰ ਕੀ ਲੱਗਦਾ ਸਕ੍ਰਿਪਟਡ ਹੈ, ਸੈਟਿੰਗ ਹੋਈ ਪਈ ਹੈ ਵੀ ਉਹਨਾਂ ਨੇ ਕਿੰਨੇ ਦਿਨ ਕੀ ਕਰਨਾ ਔਰ ਇਹ ਤਨਖਾਹਾਂ ਕਿੱਦਾਂ ਜਾਣਗੀਆਂ ਔਰ ਬਾਅਦ ਵਿੱਚ ਕਿਹੜੇ ਅਹੁਦੇ ਤੇ ਕਿੱਥੇ ਸੈੱਟ ਕਰਾਂਗੇ? ਪ੍ਰੀਫਿਕਸ ਹੈ। ਅੱਛਾ, ਇਹ ਸਾਰਾ ਕੁਝ ਪ੍ਰੀਫਿਕਸ ਹੈ। ਹੋਰ ਜਿਹੜਾ ਇਹਨਾਂ ਦੇ ਕੋਲੋਂ ਮੁਆਵਜ਼ਾ ਜਾਂ ਪੈਨਲਟੀ ਲਿੱਤੀ ਜਾ ਰਹੀ ਹੈ ਉਹ ਵੀ ਗੁਰੂ ਦੀ ਗੋਲਕ ਦੇ ਵਿੱਚੋਂ ਉਹਨਾਂ ਨੂੰ ਦਿੱਤੀ ਜਾਵੇਗੀ ਤੇ ਉਹ ਲੋਕ ਇਹ ਸਿਰਫ ਐਂਟਰੀ ਪਾਸ ਕਰਨੀ ਇਹਨਾਂ ਨੇ, ਹੋਰ ਕੁਝ ਨਹੀਂ ਕਰਨਾ। ਜੇਕਰ ਗੁਰੂ ਸਾਹਿਬ ਨਾਲ ਧੋਖਾ ਹੋਏਗਾ ਜੀ ਤੁਹਾਨੂੰ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਅੰਤਰਿੰਗ ਕਮੇਟੀ 18 ਸੈਪਟੈਂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਾ ਕਰਕੇ ਇਹ ਆਪਣੇ ਜਾ ਕਰਕੇ ਉੱਥੇ ਅਸਤੀਫੇ ਦੇ ਦੇਣ ਕਿ ਸਾਡੇ ਕੋਲ ਹੋਈ ਗਲਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਬੰਧ ਕਰਨ ਦੇ ਵਿੱਚ, ਸਰੂਪਾਂ ਦਾ ਸੇਵਾ ਸੰਭਾਲ ਦੇ ਵਿੱਚ ਅਸੀਂ ਨਾਕਾਮਯਾਬ ਰਹੇ ਹਾਂ, ਅਸੀਂ ਫੇਲਰ ਹਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਮੂਕ ਦਰਸ਼ਕ ਦੇ ਤੌਰ ਤੇ ਨਹੀਂ ਹੋਣੀ ਚਾਹੀਦੀ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਦੇ ਕੋਲੋਂ ਅਸਤੀਫੇ ਮੰਗਣੇ ਚਾਹੀਦੇ ਨੇ। ਹੋਰ ਨਾਲ ਇਹਨਾਂ ਨੂੰ ਹਿਦਾਇਤ ਹੋਏ ਕਿ ਅੱਜ ਦੇ ਬਾਅਦ ਤੁਸੀਂ ਕਿਸੇ ਵੀ ਪ੍ਰਕਾਰ ਦੀ ਸਿੱਖ ਪੋਲਿਟਿਕਸ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਇਲੈਕਸ਼ਨ ਦੇ ਵਿੱਚ, ਫਿਊਚਰ ਦੇ ਵਿੱਚ ਤੁਸੀਂ ਕਿਸੇ ਪ੍ਰਕਾਰ ਦੀ ਇਲੈਕਸ਼ਨ ਲੜਨ ਦੇ ਯੋਗ ਨਹੀਂ ਹੋ। ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਮੌਜੂਦਾ ਸਮੇਂ ਦੇ ਦੌਰਾਨ ਜੋ ਹੋਣੀ ਚਾਹੀਦੀ ਸੀ ਨਾ, ਇਹ ਸਵਾਲ ਸੀ ਪਰ ਇਹ ਸਵਾਲ ਤੋਂ ਪਹਿਲਾਂ ਮੇਰਾ ਜਵਾਬ ਪ੍ਰੋਫੈਸਰ ਸਾਹਿਬ ਨੇ ਦਿੱਤਾ ਹੈ। ਇਹ ਸਵਾਲ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਤੁਸੀਂ ਉਸ ਚੀਜ਼ ਨੂੰ ਕਿ ਮੌਜੂਦਾ ਜੋ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ, ਸੋ ਉਹਦੇ ਬਾਰੇ ਇਹਨਾਂ ਨੇ ਦੱਸਿਆ ਕਿ ਕੀ ਹੋਣਾ ਚਾਹੀਦਾ ਹੈ। ਸੋ ਮੈਂ ਇਹਦੇ ਨਾਲ ਇਹਨਾਂ ਦੇ ਅਸਤੀਫੇ ਲਿੱਤੇ ਜਾਣ ਤੇ ਫਿਊਚਰ ਵਾਸਤੇ ਇਹਨਾਂ ਤੇ ਬੈਨ ਲਗਾਤਾ ਜਾਏ, ਰੋਕ ਲਗਾਤੀ ਜਾਏ। ਹੋਰ ਇਹ ਨਹੀਂ ਸਿਰਫ ਮੌਜੂਦਾ ਲੰਗੋਵਾਲ ਤੇ ਮੌਜੂਦਾ ਅੰਤਰਿੰਗ ਕਮੇਟੀ ਨਹੀਂ, ਪਿਛਲੇ ਵੀ ਪ੍ਰਧਾਨ ਬੁਲਾਏ ਜਾਣ। ਜੀ ਬਿਲਕੁਲ, ਮੇਰੇ ਨਾਲ ਭਾਈ ਈਸ਼ਰ ਸਿੰਘ ਨੇ ਗੱਲ ਕੀਤੀ ਹੈ, ਉਹ ਕਹਿੰਦੇ ਨੇ ਕਿ ਅਸੀਂ 2013-14 ਤੋਂ ਇਹ ਸਾਰੀ ਇਨਵੈਸਟੀਗੇਸ਼ਨ ਕੀਤੀ ਹੈ। ਮੇਰਾ ਉਹਨਾਂ ਨੂੰ ਸਵਾਲ ਸੀਗਾ ਕਿ ਔਨ ਐਨ ਐਵਰੇਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਕ ਸਾਲ ਵਿੱਚ ਕਿੰਨੇ ਛਪਦੇ ਨੇ? ਉਹਨਾਂ ਨੇ ਕਿਹਾ ਜੀ 10,000 ਦੇ ਕਰੀਬ, 10,000 ਦੇ ਕਰੀਬ।
ਮੈਂ ਕਿਹਾ ਜੀ ਇਹਦੇ ਵੰਡਣ ਦਾ ਤਰੀਕਾ ਕੀ ਹੈ, ਦੇਣ ਦਾ ਤਰੀਕਾ ਕੀ ਹੈ? ਕਹਿੰਦੇ ਜੀ ਜਦ ਤੱਕ ਇੱਕ ਮੈਂਬਰ ਸ਼੍ਰੋਮਣੀ ਕਮੇਟੀ ਸਾਈਨ ਨਹੀਂ ਕਰ ਦਿੰਦਾ, ਜਦ ਤੱਕ ਉਹਦੀ ਰਿਕਮੈਂਡੇਸ਼ਨ ਨਹੀਂ ਹੁੰਦੀ, ਤਦ ਤੱਕ ਇਹ ਸਰੂਪ ਨਹੀਂ ਦਿੱਤੇ ਜਾਂਦੇ। ਤੇ ਮੈਂ ਕਿਹਾ ਤੁਸੀਂ 7 ਸਾਲਾਂ ਦੇ ਜਿੰਨੇ ਵੀ 70,000 ਸਰੂਪ ਹੋ ਗਏ ਨਾ, ਮੈਂ ਕਿਹਾ 70,000 ਸਰੂਪ ਜਿਹੜੇ ਨੇ ਤੁਸੀਂ ਉਹਨਾਂ ਦੇ ਵਾਊਚਰਸ ਚੈੱਕ ਕੀਤੇ ਨੇ ਕਿ ਕਿੰਨੇ ਸਰੂਪ ਕਿਹੜੇ ਕਿਹੜੇ ਮੈਂਬਰ ਦੇ ਰਾਹੀਂ ਕਿੱਥੇ ਕਿੱਥੇ ਗਏ ਨੇ? ਕਹਿੰਦੇ ਜੀ ਅਸੀਂ ਕੁਝ ਸਿਲੈਕਟਿਵਲੀ ਕੀਤੇ ਨੇ, ਬਾਕੀ ਅਸੀਂ ਨਹੀਂ ਕਰ ਸਕਦੇ। ਬਸ ਜੀ ਇਹਨਾਂ 'ਚ ਨਾ ਅੱਧ ਕਿਤੇ ਟਿੱਪੀ ਜਾਂਚ ਅਧੂਰੀ ਹੈ। ਮੈਂ ਕਿਹਾ ਜੀ ਅੱਧ ਕਿਤੇ ਟਿੱਪੀ ਨੂੰ ਵੇਖੋ ਕਿੱਡੇ ਵਧੀਆ ਢੰਗ ਨਾਲ ਵਰਤਦੇ ਨੇ। ਟਰੱਕ ਦਾ ਟਰੰਕ ਬਣਾਉਣ ਲੱਗਿਆ ਕਹਿੰਦੇ ਮਿੰਟ ਨਹੀਂ ਲਾਉਂਦੇ, ਬਸ ਹੈ ਨਾ, ਉਹ ਟਿੱਪੀ ਨੂੰ ਅੱਧ ਨੂੰ ਚੱਕ ਕੇ ਪੁੱਠਿਆ ਕਰ ਦਿੰਦੇ ਨੇ, ਹੈ ਨਾ। ਜਿਹੜੇ ਬੰਦੇ ਟਰੱਕ ਦਾ ਟਰੰਕ ਬਣਾ ਸਕਦੇ ਨੇ ਉਹ ਕੀ ਕਰ ਸਕਦੇ ਨੇ, ਅੰਦਾਜ਼ਾ ਲਾ ਲਓ ਜੀ ਆਪੇ। ਅੱਛਾ, ਗੱਲ ਇਹ ਹੈਗੀ ਹੈ ਕਿ ਪੂਰੀ ਸਿੱਖ ਸੰਗਤ ਨੂੰ ਮੈਂ ਕਹਿਣਾ ਚਾਹਾਂਗਾ ਜੀ, ਇਹ ਗੱਲ ਬੜੀ ਹਲਕੇ 'ਚ ਲੈਣ ਵਾਲੀ ਨਹੀਂ ਜੇ ਹੈਗੀ, ਗੱਲ ਹੈ ਬਹੁਤ ਹੀ ਵੱਡੀ। ਔਰ ਤੁਹਾਨੂੰ ਕੱਲ ਨੂੰ ਲੋਕਾਂ ਨੇ ਮਜ਼ਾਕ ਵੀ ਕਰਨੇ ਨੇ, ਟਕੇ ਟਕੇ ਦੇ ਬੰਦਿਆਂ ਨੇ ਤੁਹਾਨੂੰ ਪੁੱਛਣਾ ਵਾ ਤੁਸੀਂ ਤੇ ਆਪਣੇ ਗੁਰੂ ਦੀ ਰਾਖੀ ਨਹੀਂ ਕਰ ਸਕਦੇ, ਕਾਹਦੇ ਸਿੱਖ ਜੇ? ਤੁਸੀਂ ਕਿਸੇ ਨੂੰ ਕਹੋਗੇ ਨਾ ਕੱਲ ਨੂੰ ਅਸੀਂ ਤੇ ਤੁਹਾਡੀਆਂ ਧੀਆਂ ਭੈਣਾਂ ਬਚਾਈਆਂ, ਅਗਲੇ ਨੇ ਕਹਿਣਾ ਜਾਹਿਲ, ਕਾਹਦੀਆਂ ਬਚਾਈਆਂ? ਉਹ ਤੁਹਾਡੇ ਕੋਲ ਤੇ ਆਪਣਾ ਗੁਰੂ ਨਹੀਂ ਸਾਂਭਿਆ ਜਾਂਦਾ, ਸਾਡੀਆਂ ਧੀਆਂ ਭੈਣਾਂ ਬਚਾਈਆਂ। ਭਾਜੀ ਇਹਨਾਂ ਨੂੰ ਲਾਂਤਾਂ ਪੈਣੀਆਂ ਨੇ, ਵੇਖੋ ਜੋ ਹਿਸਾਬ ਕਿਤਾਬ ਚੱਲ ਰਿਹਾ। ਅੱਛਾ, ਪਰ ਮੈਂ ਇੱਥੇ ਸਵਾਲ ਇਹ ਕਰ ਰਿਹਾ, ਕਿਉਂ ਕਹਿ ਰਿਹਾ ਵੀ ਗੱਲ ਬੜੀ ਸੀਰੀਅਸ ਹੈਗੀ ਜੀ। ਗੱਲ ਸੀਰੀਅਸ ਇਹ ਹੈ, ਆਖਿਰ ਜਿਹੜੇ 267 ਸਰੂਪ ਗੁੰਮ ਹੋਏ, ਉਹ ਸਰੂਪ ਦਿੱਤੇ ਕਿੰਨੇ, ਗਏ ਕਿਵੇਂ, ਕੌਣ ਲੈ ਕੇ ਗਿਆ ਤੇ ਕਿੱਥੇ ਪਹੁੰਚੇ? ਇਹ 4 ਸਵਾਲ ਨੇ ਜਿਨ੍ਹਾਂ ਦਾ ਅਜੇ ਤੱਕ ਅੰਤਰਿਮ ਕਮੇਟੀ ਰਿਜ਼ਲਟ ਹੀ ਨਹੀਂ ਕੱਢ ਪਾਈ। ਸਭ ਤੋਂ ਵੱਡਾ ਸਵਾਲ ਉਹ ਸਰੂਪਾਂ ਦੀ ਮੌਜੂਦਾ ਸਥਿਤੀ ਕੀ ਹੈ, ਉਹਨਾਂ ਦੇ ਹੁਣ ਦੇ ਹਾਲਾਤ ਕੀ ਨੇ, ਉਹ ਕਿਸ ਜਗ੍ਹਾ ਤੇ ਪਏ ਨੇ, ਔਰ ਕੀ ਸਰੂਪਾਂ ਦੇ ਨਾਲ ਛੇੜਛਾੜ ਤਾਂ ਨਹੀਂ ਹੋ ਚੁੱਕੀ, ਬੇਅਦਬੀ ਤਾਂ ਨਹੀਂ ਹੋ ਚੁੱਕੀ, ਕੀ ਸਰੂਪ ਕਿਸੇ ਖਾਸ ਚਾਹੁਣ ਵਾਲਿਆਂ ਦੇ ਡੇਰਿਆਂ ਤੇ ਨਹੀਂ ਚਲੇ ਗਏ? ਉਹ ਡੇਰੇ ਜਿਨ੍ਹਾਂ ਦਾ ਨਾਂ ਲੈਂਦੇ ਸਿੱਖਾਂ ਦੇ ਖੂਨ ਖੌਲ ਜਾਂਦੇ ਨੇ ਔਰ ਆਪਣੀਆਂ ਜਾਨਾਂ ਵਾਰਨ ਲਈ ਤੇ ਕਿਸੇ ਦੀ ਜਾਨ ਲੈਣ ਲਈ ਵੀ ਤਿਆਰ ਹੋ ਜਾਂਦੇ ਨੇ, ਕੀ ਕਿਤੇ ਉਹਨਾਂ ਡੇਰਿਆਂ ਤੇ ਸਰੂਪ ਪਹੁੰਚਾਏ ਤੇ ਨਹੀਂ ਗਏ? ਬੜੇ ਵੱਡੇ ਸਵਾਲ ਨੇ, ਇਹਨਾਂ ਸਵਾਲਾਂ ਦੇ ਜਵਾਬ ਅੰਤਰਿਮ ਕਮੇਟੀ ਨੂੰ ਦੇਣੇ ਬਣਦੇ ਸੀ। ਹੁਣ ਇਹ ਜ਼ਿੰਮੇਵਾਰੀ ਸ਼੍ਰੀ ਅਕਾਲ ਤਖਤ ਦੀ ਆ ਗਈ ਹੈ ਜੀ। ਜੇਕਰ ਇਹ ਨਾ ਦੱਸ ਪਾਏ ਵੀ 267 ਸਰੂਪ ਮੌਜੂਦਾ ਕੰਡੀਸ਼ਨ 'ਚ ਕਿੱਥੇ ਨੇ, ਕੀ ਮਰਿਆਦਾ ਦੇ ਵਿੱਚ ਨੇ, ਉਹਨਾਂ ਦੀ ਰੋਜ਼ਾਨਾ ਉਸੇ ਤਰ੍ਹਾਂ ਸੁਖਾਸਨ ਹੋ ਰਹੇ ਨੇ, ਉਹਨਾਂ ਦੇ ਜੋ ਪ੍ਰਕਾਸ਼ ਹੋ ਰਹੇ ਨੇ, ਔਰ ਉਹਨਾਂ ਦੀ ਸੇਵਾ ਸੰਭਾਲ ਸਹੀ ਹੋ ਰਹੀ ਹੈ, ਮਰਿਆਦਾ 'ਚ ਹੈ? ਜੇਕਰ ਇਹ ਦੱਸ ਹੀ ਨਾ ਪਾਏ ਤਾਂ ਫਿਰ ਅੰਤਰਿਮ ਕਮੇਟੀ ਬਿਠਾਉਣ ਦਾ ਫਾਇਦਾ ਕੀ? ਮੈਂ ਇੱਕ ਸਰੋਤਿਆਂ ਨੂੰ ਮੈਂ ਇੱਕ ਗੱਲ ਚੇਤੇ ਕਰਾਉਣੀ ਚਾਹਾਂਗਾ ਜੀ ਕਿ 17 ਅਗਸਤ ਤੋਂ ਇਹਨਾਂ ਨੇ ਇਨਕੁਆਇਰੀ ਸ਼ੁਰੂ ਕੀਤੀ ਸੀਗੀ ਜੀ, 17 ਅਗਸਤ ਤੋਂ ਜੀ। ਹੋਰ ਜਦ 17 ਅਗਸਤ ਤੋਂ ਇਹ ਇਨਕੁਆਇਰੀ ਸ਼ੁਰੂ ਹੋਈ, 13-14 ਦਿਨਾਂ ਬਾਅਦ ਉਹ ਜਿਹੜੀ ਬੀਬੀ ਜੱਜ ਸੀਗੀ ਨਵਿਤਾ ਸਿੰਘ, ਉਸਨੇ ਕਿਹਾ ਜੀ ਮੈਂ ਨਹੀਂ ਆ ਸਕਦੀ ਜੀ। ਹੋਰ ਸਾਡੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੀ, ਉਹਨਾਂ ਨੇ ਤਲਵੰਡ ਇਨਵੈਸਟੀਗੇਸ਼ਨ ਦੇ ਦੌਰਾਨ, ਜਾਂਚ ਦੇ ਦੌਰਾਨ, ਵੈਸੇ ਦੇਖਿਆ ਜਾਏ ਅਸੂਲਨ ਤੌਰ ਤੇ ਜਾਂਚ ਦੇ ਦੌਰਾਨ ਇੰਨੇ ਵੱਡੇ ਅਹੁਦੇ ਤੇ ਬੈਠ ਕੇ ਕਿਸੇ ਵੀ ਪ੍ਰਕਾਰ ਦਾ ਕੋਈ ਬਿਆਨ ਨਹੀਂ ਆਉਣਾ ਚਾਹੀਦਾ, ਕਿਉਂਕਿ ਉਹ ਬਿਆਨ ਜਿਹੜੇ ਨੇ ਉਹ ਜਾ ਕਰਕੇ ਜਾਂਚ ਨੂੰ ਪ੍ਰਭਾਵਿਤ ਕਰਦੇ ਨੇ ਜੀ। ਕੇਵਲ ਤੇ ਕੇਵਲ ਜਾਂਚ ਦੇ ਦੌਰਾਨ ਸਾਰਿਆਂ ਦੇ ਬਿਆਨ ਲਿੱਤੇ ਜਾਂਦੇ, ਲੇਕਿਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੀ ਕੀਤਾ, ਤਲਵੰਡੀ ਸਾਬੋ ਤੋਂ ਇੱਕ ਬਿਆਨ ਦੇ ਦਿੱਤਾ ਜਾਂਚ ਦੇ ਦੌਰਾਨ ਜੀ। ਹੋਰ ਤੁਹਾਨੂੰ ਯਾਦ ਹੋਏਗਾ ਉਹਨਾਂ ਨੇ ਕਿਹਾ ਕਿ ਇਹ ਗੱਲ 267 ਸਰੂਪਾਂ ਦੀ ਨਹੀਂ, ਇਹ 328 ਸਰੂਪਾਂ ਦੀ ਹੈ, ਤੇ ਨਾਲ ਹੀ ਉਹਨਾਂ ਨੇ ਕਹਿਤਾ ਕਿ ਇਹ ਲਾਪਤਾ ਨਹੀਂ ਹੋਏ, ਜੇ ਤੁਹਾਨੂੰ ਯਾਦ ਹੋਏ ਜੀ। ਇਹਨਾਂ ਨੇ ਕਿਹਾ ਲਾਪਤਾ ਨਹੀਂ ਹੋਏ, ਇਹ ਸਰੂਪ ਜਿਹੜੇ ਨੇ ਇਹ ਤਾਂ ਹਿਸਾਬ ਕਿਤਾਬ ਤੇ ਲੈਜਰ ਦੇ ਵਿੱਚ ਜਿਹੜੀ ਹੈ ਉਹਦੀ ਮੇਨਟੇਨੈਂਸ ਦੇ ਵਿੱਚ ਕਿਧਰੇ ਹਿਸਾਬ ਕਿਤਾਬ 'ਚ ਗੜਬੜੀ ਹੋਈ ਹੈ, ਇਹ ਸਰੂਪ ਲਾਪਤਾ ਨਹੀਂ ਹੋਏ। ਇਹਦਾ ਮਤਲਬ ਪ੍ਰੋਫੈਸਰ ਸਾਹਿਬ ਗੱਲ ਸਿਰਫ ਇਹ ਆਂਦੀ ਹੈ, ਜਿਹੜੇ ਸਾਡੇ ਸਭ ਕੁਝ ਨੇ, ਸਾਡੇ ਗੁਰੂ ਸਾਹਿਬ ਨੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜੇਕਰ ਸਾਡੀ ਕੌਮ ਦੇ ਰਖਵਾਲੇ ਉਹਨਾਂ ਦੇ ਨਾਲ ਇਹ ਹਸ਼ਰ ਕਰ ਸਕਦੇ ਨੇ, ਜੇਕਰ ਸਾਡੇ ਗੁਰੂ ਸਾਹਿਬ ਨੂੰ ਇਸ ਤਰੀਕੇ ਦੇ ਨਾਲ ਗੁੰਮ ਕੀਤਾ ਜਾ ਸਕਦਾ ਹੈ, ਤਾਂ ਸਿਰਫ ਵਿਚਾਰਨ ਵਾਲੀ ਗੱਲ ਇਹ ਹੈ ਕਿ ਬਾਕੀ ਮਗਰ ਰਹਿ ਕੀ ਗਿਆ? ਜਦੋਂ ਸਾਡੇ ਗੁਰੂ ਹੀ ਨੇ ਗੁੰਮ ਹੋ ਗਏ ਤਾਂ ਸਿੱਖੀ ਗੁੰਮ ਕਿਉਂ ਨਹੀਂ ਹੋਏਗੀ? ਸਾਡੀਆਂ ਸਿੱਖੀ ਦੀਆਂ ਪਰੰਪਰਾਵਾਂ, ਮਰਿਆਦਾ, ਰਹਿਤਾਂ, ਸਭ ਕੁਝ ਗੁੰਮ ਕਿਉਂ ਨਹੀਂ ਹੋਏਗਾ? ਬਹੁਤ ਵੱਡਾ ਸਵਾਲ ਹੈ ਕੌਮ ਜੀ, ਜਾਗਣ ਦੀ ਲੋੜ ਸੀ ਔਰ ਤੁਸੀਂ ਕੂਕ ਸੁੱਤੇ ਪਏ ਹੋ। ਔਰ ਜੇਕਰ ਹੁਣ ਮੰਨਿਆ ਕਿ ਅੱਜ ਪ੍ਰੋਫੈਸਰ ਸਾਹਿਬ ਉੱਠ ਕੇ ਆਵਾਜ਼ ਦੇ ਰਹੇ ਨੇ, ਠੀਕ ਹੈ, ਕੁੱਕੜ ਦਾ ਕੰਮ ਹੈ ਬਾਂਗ ਦੇਣਾ, ਜਾਗੇ ਕੋਈ ਨਾ ਜਾਗੇ,
ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੰਨੇ ਵੀ ਅਵੇਸਲੇ ਹੋ ਜਾਓ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਅੱਖਾਂ ਦੇ ਨਾਲ ਆਪਣੀ ਕੌਮ ਦੀ ਬਰਬਾਦੀ ਲਿਖਣ ਦੇ ਵਿੱਚ ਆਪਣੇ ਆਪ ਤੁਸੀਂ ਗਵਾਹ ਬਣੋ। ਅਸੀਂ ਨਹੀਂ ਚਾਹੁੰਦੇ ਕਿ ਸਿੱਖ ਕੌਮ ਇੱਦਾਂ ਦਾ ਮਾੜਾ ਇਤਿਹਾਸ ਵੀ ਕਿਤੇ ਇਹਨਾਂ ਨੂੰ ਲਿਖਣਾ ਪੈ ਜਾਵੇ ਕਿ ਸਿੱਖ ਕੌਮ ਨੇ ਆਪਣੇ ਹੱਥੀਂ ਆਪਣੀ ਬਰਬਾਦੀ ਲਿਖੀ ਸੀ। ਬਿਲਕੁਲ ਮੌਜੂਦਾ ਹਾਲਾਤ ਬਹੁਤ ਖਤਰਨਾਕ ਨੇ। ਸਿੱਖ ਚਿਹਰੇ 'ਚ, ਸਿੱਖ ਪਹਿਰਾਵੇ 'ਚ ਬਹੁਤ ਸਾਰੇ ਲੋਕ ਤੁਰੇ ਫਿਰ ਰਹੇ ਨੇ। ਇਹ ਨਹੀਂ ਸਮਝ ਆਉਂਦੀ ਕਿ ਗੁਰੂ ਦਾ ਸਿੱਖ ਹੈ, ਕਿਸੇ ਡੇਰੇ ਦਾ ਸਿੱਖ ਹੈ, ਕਿਸੇ ਪਾਰਟੀ ਦਾ ਸਿੱਖ ਹੈ ਜਾਂ ਕਿਹਦਾ ਸਿੱਖ ਹੈ। ਯਕੀਨ ਮੰਨੋ, ਇੱਕ ਬੰਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਲਓ ਔਰ ਇੱਕ ਬੰਨੇ ਇੱਕ ਪਾਰਟੀ ਦੇ ਲੀਡਰ ਨੂੰ ਬਿਠਾ ਦਿਓ, ਪੰਥਕ ਪਾਰਟੀ ਦੇ ਕਿਸੇ ਲੀਡਰ ਨੂੰ। ਲੋਕ ਆਣਗੇ, ਸਾਰਿਆਂ ਨੂੰ ਇਜਾਜ਼ਤ ਦਿਓ ਵੀ ਜਾਓ ਜਾ ਕੇ ਵੇਖੋ, ਗੁਰੂ ਸਾਹਿਬ ਨੂੰ ਮੱਥਾ ਘੱਟ ਟਿਕੇਗਾ, ਉਸ ਬੰਦੇ ਕੋਲ ਜ਼ਿਆਦਾ ਜਾਣਗੇ। ਕੋਈ ਸ਼ੱਕ ਨਹੀਂ। ਔਰ ਦੂਸਰੀ ਗੱਲ ਇੱਕ ਹੋਰ, ਜਾਣ ਲੱਗਿਆ ਗੁਰੂ ਸਾਹਿਬ ਤੇ ਇੱਦਾਂ ਵੀ ਨਹੀਂ ਕਰਨਗੇ, ਲਾਗੋਂ ਦੀ ਉੱਦਾਂ ਹੀ ਨਿਕਲ ਜਾਣਗੇ, ਲੇਕਿਨ ਉਹਨੂੰ ਬਾਰ-ਬਾਰ ਪੁੱਛਣਗੇ ਜਨਾਬ ਹੁਣ ਅਸੀਂ ਚੱਲੇ ਆ, ਜਾਈਏ, ਇਜਾਜ਼ਤ ਹੈ। ਸਤਿਕਾਰ ਵਿੱਚ ਕਮੀ ਆਈ ਹੈ ਜੀ, ਸਤਿਕਾਰ ਵਿੱਚ ਬਹੁਤ ਵੱਡੀ ਕਮੀ ਆਈ ਹੈ ਜੀ। ਔਰ ਅੱਜ ਸਾਨੂੰ ਜਿੱਦਾਂ ਤੁਸੀਂ ਗੱਲ ਕੀਤੀ ਹੈ, ਜਾਗਣ ਦੀ ਲੋੜ ਵੀ ਹੈ। ਤੇ ਤੁਹਾਡੀ ਗੱਲ ਜਿਹੜੀ ਹੈ, ਮੈਂ ਸਰੋਤਿਆਂ ਨਾਲ ਇੱਕ ਵਾਰੀ ਫਿਰ ਰਿਪੀਟ ਕਰਦੇ ਹਾਂ ਜੀ ਕਿ ਇਹ ਹਕੀਕਤ ਹੈ, ਜੇ ਅਸੀਂ ਆਪਣੇ ਗੁਰੂ ਸਾਹਿਬ ਦੇ ਸਰੂਪਾਂ ਦੀ ਸੇਵਾ ਸੰਭਾਲ ਨਾ ਕਰ ਸਕੇ, ਲਾਪਤਾ ਸਰੂਪਾਂ ਦੇ ਵਾਸਤੇ ਦੋਸ਼ੀਆਂ ਨੂੰ ਅਗਰ ਅਸੀਂ ਪੰਥਕ ਕਚਹਿਰੀ ਵਿੱਚ ਖੜੇ ਕਰਕੇ ਉਹਨਾਂ ਨੂੰ ਸਜ਼ਾਵਾਂ ਨਾ ਦੇ ਸਕੇ, ਇੱਕ ਗੱਲ ਬੜੀ ਯਕੀਨਨ ਹੈ, ਜਿਹੜਾ ਕਿ ਰਛਪਾਲ ਸਿੰਘ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਡੇ ਪੰਥਕ ਵਿਰੋਧੀ ਟਿਚਰਾਂ ਕਰਿਆ ਕਰਨਗੇ। ਤੁਸੀਂ ਤਾਂ ਆਪਣੇ ਗੁਰੂ ਦੀ ਜਿਹੜੀ ਹੈ ਸੇਵਾ ਸੰਭਾਲ ਹੀ ਨਹੀਂ ਕਰ ਸਕੇ। ਗੁਰੂ ਦੇ ਸਰੂਪਾਂ ਨੂੰ ਜਿਹੜੇ ਲਾਪਤਾ ਹੋਏ ਸੀਗੇ, ਤੁਸੀਂ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ। ਸੋ ਇਸ ਕਰਕੇ ਇਹ ਸਾਧ ਸੰਗਤ ਨੂੰ ਅਪੀਲ ਹੈ ਕਿ ਇਸ ਵੇਲੇ ਜਿਹੜਾ ਇੱਕ ਪਰਿਵਾਰ ਦਾ ਗਲਬਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਹੈ ਉਹ ਬੁਲੰਦ ਹੋਣਾ ਚਾਹੀਦਾ ਸੀਗਾ। ਔਰ ਅੱਜ ਲੋੜ ਹੈ ਕਿ ਹਰ ਸਿੱਖ ਆਪਣੀ ਸਿਆਸੀਆਂ ਧੜੇਬੰਦੀਆਂ ਤੋਂ, ਆਪਣੀ ਜਥੇਬੰਦੀਆਂ ਦੀ ਸੀਮਾਵਾਂ ਤੋਂ ਉੱਪਰ ਉੱਠ ਕੇ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਸਨਮੁਖ ਰੱਖਦੇ ਹੋਇਆ 328 ਜਿਹੜੇ ਸਰੂਪ ਨੇ ਉਹਦੇ ਬਾਰੇ, ਜਿਹੜੇ ਲਾਪਤਾ ਨੇ, ਜਿਹਦੇ ਬਾਰੇ ਕੋਈ ਪਤਾ ਨਹੀਂ ਹੈਗਾ, ਜਾਂਚ ਕਮੇਟੀ ਨੇ, ਜਿਹੜੇ ਸਾਡੇ ਭਾਈ ਈਸ਼ਰ ਸਿੰਘ ਸੀਗੇ, ਉਹਨਾਂ ਨੇ ਵੀ ਉਹਦੇ ਵਿੱਚ ਕਿਧਰੇ ਵੀ ਕੋਈ ਜ਼ਿਕਰ ਨਹੀਂ ਕੀਤਾ। 1090 ਪੇਜ ਦੀ ਜਿਹੜੀ ਰਿਪੋਰਟ ਹੈਗੀ ਹੈ, ਉਹ ਰਿਪੋਰਟ ਦੇ ਵਿੱਚੋਂ ਕੇਵਲ 10 ਪੇਜ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਦੇ ਉੱਤੇ ਆਏ ਨੇ। ਔਰ ਉਹ ਵੀ ਸਿਰਫ 10 ਪੇਜ ਉਹ ਨੇ ਜਿਹੜੇ ਕਰਮਚਾਰੀਆਂ ਦੀਆਂ ਜਿਹੜੀਆਂ ਉਂਗਤਾਈਆਂ ਨੇ ਉਹਦੇ ਨਾਲ ਸੰਬੰਧਿਤ ਨੇ। ਬਾਕੀ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ। ਔਰ ਇਸ ਕਰਕੇ ਇਹ ਬਹੁਤ ਵੱਡਾ ਮਸਲਾ ਹੈਗਾ ਹੈ ਔਰ ਇਸ ਵੱਡੇ ਮਸਲੇ ਨੂੰ ਜਿਹੜਾ ਹੈ ਸਾਨੂੰ ਸੁਲਝਾਉਣ ਵਾਸਤੇ ਪ੍ਰੋਫੈਸਰ ਸਾਹਿਬ ਏਕਤਾ ਦੀ ਵੀ ਲੋੜ ਹੈ। ਬਿਲਕੁਲ, ਮੈਂ ਇਹ ਦੱਸਣਾ ਚਾਹਾਂਗਾ ਪ੍ਰੋਫੈਸਰ ਸਾਹਿਬ, ਸਿੱਖ ਜਥੇਬੰਦੀਆਂ ਵੱਲੋਂ ਦਲ ਖਾਲਸਾ ਵੱਲੋਂ ਅੱਜ ਮੀਟਿੰਗ ਬੁਲਾਈ ਗਈ ਸੀ ਦਲ ਖਾਲਸਾ ਦੇ ਦਫ਼ਤਰ, ਔਰ ਉਹਦੇ ਦੌਰਾਨ ਉਹਨਾਂ ਦੇ ਨਾਲ ਕਾਫੀ ਹੋਰ ਸਿੱਖ ਜਥੇਬੰਦੀਆਂ ਵੀ ਜੁੜੀਆਂ ਸੀ। ਔਰ ਇਹਨਾਂ ਨੇ 14 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਣ ਦਾ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ, ਇਸੇ ਮਸਲੇ ਨੂੰ ਲੈ ਕੇ ਕਿ ਜਿਹੜਾ 18 ਤਾਰੀਖ ਨੂੰ ਜੋ ਗੋਂਗਲੂਆਂ ਤੋਂ ਮਿੱਟੀ ਝਾੜੀ ਜਾਣੀ ਹੈ, ਉਸ ਤੋਂ ਪਹਿਲਾਂ ਆਪਾਂ ਪ੍ਰੈਸ਼ਰ ਬਿਲਡ ਅਪ ਕਰ ਜੀ ਬਿਲਕੁਲ ਸਿੱਖ ਪਰੰਪਰਾਵਾਂ ਮੁਤਾਬਕ, ਸਿੱਖੀ ਮਰਿਆਦਾ ਮੁਤਾਬਕ ਜੋ ਬਣਦਾ ਹੈ ਉਹ ਕੀਤਾ ਜਾਵੇ। ਸਿੱਖ ਕੌਮ ਨੂੰ ਕੀ ਮਨਜ਼ੂਰ ਔਰ ਕੀ ਨਹੀਂ ਮਨਜ਼ੂਰ, ਉਹਨਾਂ ਦੇ ਕੰਨਾਂ ਤੱਕ ਇੱਕ ਵਾਰੀ ਆਵਾਜ਼ ਪਹੁੰਚਾ ਦਿੱਤੀ ਜਾਵੇ। ਜੇ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਤਾਂ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ 14 ਸਤੰਬਰ ਦਾ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਅੰਮ੍ਰਿਤਸਰ ਤੋਂ ਅਸੀਂ ਲਾਈਵ ਵੀ ਦਿਖਾਵਾਂਗੇ ਤੁਹਾਨੂੰ, ਲੇਕਿਨ ਉਹਦੇ ਤੋਂ ਪਹਿਲਾਂ ਜੇਕਰ ਜਿਨ੍ਹਾਂ ਨੇ ਜੁੜਨਾ ਹੈ ਤੁਸੀਂ ਇੱਕ ਦੂਜੇ ਨੂੰ ਸੁਨੇਹੇ ਦੇ ਕੇ ਕਹੋ ਕਿ ਸਿੱਖ ਕੌਮ ਨੂੰ ਇਸ ਵੇਲੇ ਲੋੜ ਹੈ ਇੱਕ ਝੰਡੇ ਦੀ, ਉੱਥੇ ਇਕੱਠੇ ਹੋ ਕੇ ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣਾ ਹੈ। ਹੁਣ ਕਿਸੇ ਡੇਰੇ ਨੂੰ ਨਹੀਂ ਬਚਾਉਣਾ ਭਾਈ, ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਹੈ। ਤਾਂ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣ ਵਾਸਤੇ ਜੇਕਰ ਅਸੀਂ ਇਕੱਠੇ ਨਾ ਹੋਏ ਤਾਂ ਫਿਰ ਅਸੀਂ ਖਤਮ ਹੈ। ਫਿਰ ਅੱਜ ਤੋਂ ਅਗਲਾ ਸ਼ੋਅ ਰੱਖਾਂਗੇ ਕਿ ਹੁਣ ਸਿੱਖੀ ਖਤਮ ਕਿੱਦਣ ਹੋਣੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਬਚਾ ਸਕੇ, ਆਪਣਾ ਗੁਰੂ ਨਹੀਂ ਬਚਾ ਸਕੇ, ਤਾਂ ਭਾਈ ਅਸੀਂ ਕਿੱਥੋਂ ਰੱਜਣਾ। ਮੈਂ ਇੱਕ ਗੱਲ ਅਖੀਰ ਵਿੱਚ ਕਹਿ ਦਿਆਂ ਜੇ ਇਜਾਜ਼ਤ ਹੋਏ ਤਾਂ। ਜੀ ਕਹਿ ਦਿਓ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ ਸਭ ਮੇ ਰਹਾ ਸਮਾਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਉਹ ਮਹਾਨ ਸ਼ਕਤੀ ਨੇ, ਐਸੇ ਸ਼ਬਦ ਗੁਰੂ ਨੇ ਜੋ ਕਿ ਦੁਨੀਆ ਦੀ ਕੋਈ ਵੀ ਤਾਕਤ ਉਹ ਆ ਕਰਕੇ ਇਹਨਾਂ ਨੂੰ ਖਤਮ ਨਹੀਂ ਕਰ ਸਕਦੀ। ਇੱਕ ਗੱਲ। ਦੂਸਰੀ ਗੱਲ ਜਿਹੜੀ ਮੈਂ ਤੇ ਸਰਦਾਰ ਰਛਪਾਲ ਸਿੰਘ ਨੇ ਕੀਤੀ ਹੈ ਕਿ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਜਾਗਰੂਕ ਹੋਣ ਦੀ ਲੋੜ ਹੈ
ਸਾਨੂੰ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਤਿਆਰ ਕਰਨ ਦੀ ਲੋੜ ਹੈ। ਤੇ ਅਖੀਰਲੀ ਗੱਲ ਮੈਂ ਫਤਿਹ ਬੁਲਾਉਣ ਤੋਂ ਪਹਿਲਾਂ ਇੰਨੀ ਗੱਲ ਜ਼ਰੂਰ ਕਹਿ ਦਿਆਂ ਕਿ ਖਾਲਸਾ ਪੰਥ ਵੀ ਜਿਹੜਾ ਨਾ ਉਹ ਸਾਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਤੀ ਰੂਪ ਦੇ ਵਿੱਚ ਕਹਿ ਗਏ ਨੇ ਜੀ। ਠੀਕ ਹੈ ਜੀ ਬਿਲਕੁਲ। ਜਬ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜੀ। ਗੁਰੂ ਸਾਹਿਬ ਨੇ ਇਹ ਗੱਲ ਬੜੇ ਸਪਸ਼ਟ ਸ਼ਬਦਾਂ ਵਿੱਚ ਸਾਨੂੰ ਸਮਝਾਈ ਹੈ। ਇਹ ਖਾਲਸਾ ਜਿਹੜਾ ਨਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਪਰਮਾਤਮਾ ਦੀ ਮੌਜ ਚੋਂ ਇਹ ਪੰਥ ਪੈਦਾ ਹੋਇਆ ਹੈ। ਬਿਲਕੁਲ ਹੈ ਜੀ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਮੈਂ ਤੁਹਾਨੂੰ ਦੱਸ ਦਿਆਂ ਜੀ 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 ਬਦਲ ਕੇ ਆ ਜਾਣ, ਮੋਹਨ ਭਾਗਵਤ ਵਰਗੇ 100 ਹੋਰ ਆ ਜਾਣ ਤੇ ਮੈਂ ਸਪਸ਼ਟ ਕਰ ਦਿਆਂ 1000 ਮੋਦੀ ਆ ਜਾਣ, ਇਹ ਗੁਰੂ ਗੋਬਿੰਦ ਤੇ ਗੁਰੂ ਨਾਨਕ ਪਾਤਸ਼ਾਹ ਦਾ ਪੰਥ ਹੈ। ਇਹ ਨਿਰਮਲ ਪੰਥ ਹੈ। ਇਹ ਅਕਾਲ ਪੁਰਖ ਦੀ ਮੌਤ ਚੋਂ ਪੈਦਾ ਹੋਇਆ ਪੰਥ ਹੈ। ਔਰ ਇਹ ਪੰਥ ਉਤਾਰ ਚੜਾਵ ਆ ਸਕਦੇ ਨੇ, ਉਤਾਰ ਚੜਾਵ ਆ ਸਕਦੇ ਨੇ, ਆਂਦੇ ਰਹੇ ਨੇ, ਆਉਂਦੇ ਰਹਿਣਗੇ ਬਿਲਕੁਲ। ਲੇਕਿਨ ਇਹ ਕਲਗੀਆਂ ਵਾਲੇ ਦਾ ਪੰਥ ਜਿਹੜਾ ਹੈ ਨਾ ਚੜ੍ਹਦੀ ਕਲਾ ਜਾਏਗਾ। ਬਿਲਕੁਲ ਹੈ ਜੀ। ਪ੍ਰੋਫੈਸਰ ਸਾਹਿਬ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ, ਚਿਹਰੇ ਤੋਂ ਲੱਗ ਰਿਹਾ ਕਿ ਇਸ ਤਰ੍ਹਾਂ ਚੜ੍ਹਦੀ ਕਲਾ ਵਾਲੇ ਜਿਹੜੇ ਸਿੰਘ ਨੇ ਬਹੁਤ ਨੇ ਔਰ ਇਹਨਾਂ ਦੇ ਕਾਰਨ ਹੀ ਪੰਥ ਚੜ੍ਹਦੀ ਕਲਾ 'ਚ ਕਿਉਂ ਆ ਤੁਹਾਨੂੰ ਪਤਾ ਚੱਲ ਗਿਆ। ਔਰ ਇੱਕ ਚੀਜ਼ ਜਿਹੜੀ ਜੀ ਆਖਰੀ 'ਚ ਇੱਕ ਛੋਟਾ ਸਵਾਲ, ਉਸ ਤੋਂ ਬਾਅਦ ਅਸੀਂ ਇਜਾਜ਼ਤ ਲੈ ਰਹੇ ਹਾਂ। ਇਹ ਜੋ ਕੁਝ ਹੋ ਰਿਹਾ ਹੈ, ਬਹੁਤ ਸਾਰੇ ਲੋਕ ਇਸ ਤਰ੍ਹਾਂ ਚਰਚਾ ਕਰ ਰਹੇ ਨੇ ਕਿ ਜਿਹੜੇ ਡੇਰਾ ਪ੍ਰੇਮੀ ਹੈ ਨਾ, ਜਿਹੜੇ ਡੇਰਾ ਪ੍ਰੇਮੀਆਂ ਨੂੰ ਥਾਪੀ ਦੇ ਕੇ SGPC ਦੇ ਵਿੱਚ ਵੱਡੇ ਅਹੁਦਿਆਂ ਤੇ ਬਿਠਾ ਦਿੱਤਾ ਗਿਆ ਨਾ, ਹੈ ਉਹ ਅਸਲ 'ਚ ਡੇਰਾ ਪ੍ਰੇਮੀ। ਇਹਦੇ 'ਚ ਕੀ ਸੱਚਾਈ ਹੈ? ਦੇਖੋ ਇੱਦਾਂ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ, ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਧਰਮੀ ਵਿਅਕਤੀਆਂ ਤੇ ਪੰਥਕ ਸੋਚ ਵਾਲੇ ਵਿਅਕਤੀਆਂ ਦੇ ਹੱਥ ਵਿੱਚ ਨਹੀਂ ਹੈਗੀ। ਠੀਕ ਹੈ। ਜਿਹੜੇ ਲੋਕ ਡੇਰੇ ਦੀਆਂ ਵੋਟਾਂ ਲੈ ਕਰਕੇ ਆਪਣਾ ਰਾਸ਼ੀ ਸੱਤਾ ਹਾਸਲ ਕਰਦੇ ਨੇ, ਉਹਨਾਂ ਦੀਆਂ ਰਿਕਮੈਂਡੇਸ਼ਨਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਦੇ ਵਿੱਚ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਵਿਅਕਤੀਆਂ ਦੀ ਘੁਸਪੈਠ ਹੋ ਚੁੱਕੀ ਹੈ। ਮਤਲਬ ਇਹ ਜੋ ਸੋਸ਼ਲ ਮੀਡੀਆ ਤੇ ਪ੍ਰਚਾਰ ਹੁੰਦਾ ਜਾਂ ਲੋਕੀ ਆਵਾਜ਼ ਜਾਂ ਸਿੱਖ ਜਥੇਬੰਦੀਆਂ ਕਹਿੰਦੀਆਂ ਨੇ, ਇਹਦੇ ਵਿੱਚ ਮਤਲਬ ਤੁਸੀਂ ਮੰਨਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪੰਥਕ ਵਿਰੋਧੀ ਸ਼ਕਤੀਆਂ ਕਿਸੇ ਵੇਲੇ ਤੁਹਾਡੇ ਇਸ ਚੈਨਲ ਦੇ ਰਾਹੀਂ ਮੈਂ ਇੱਕ ਪ੍ਰੋਗਰਾਮ ਮੰਗ ਕੇ ਲਵਾਂਗਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਕਿ ਸਿੱਖ ਕੌਮ ਦੇ ਅਣਖੀਲੇ ਇਤਿਹਾਸ ਨਾਲ ਸੰਬੰਧਿਤ ਸੀਗੀਆਂ, ਉਹਨਾਂ ਨੂੰ ਛਾਪਣਾ ਬੰਦ, ਨਾਗਪੁਰ ਵਾਲਿਆਂ ਦੇ ਕਹਿਣ ਦੇ ਉੱਤੇ ਬੰਦ ਕਰਤਾ। ਬਿਲਕੁਲ ਜੀ, ਸਮਾਂ ਵੀ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਜੀ, ਕਿਸੇ ਹੋਰ ਵੇਲੇ ਗੱਲ ਬਿਲਕੁਲ। ਅਸੀਂ ਅੱਜ ਦਾ ਮੁੱਦਾ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੋਲੀ ਫੈਲਾ ਕੇ ਅਰਦਾਸਾਂ ਕਰਕੇ ਅਸੀਂ ਆਪਣੀ ਜ਼ਿੰਦਗੀ ਦੀ, ਆਪਣੇ ਰੋਜ਼ਾਨਾ ਦੇ ਦਿਨ ਦਿਹਾੜੇ ਦੀ ਸ਼ੁਰੂਆਤ ਕਰਦੇ ਹਾਂ, ਸ਼ਾਮ ਨੂੰ ਸ਼ੁਕਰਾਨਾ ਵੀ ਕਰਦੇ ਹਾਂ ਔਰ ਉਹਨਾਂ ਦੇ ਅੱਗੇ ਝੋਲੀ ਫੈਲਾ ਕੇ ਅਰਦਾਸਾਂ ਕਰਕੇ ਮੰਨਤਾਂ ਮੰਗਦੇ ਹਾਂ, ਕਾਰੋਬਾਰ ਮੰਗਦੇ ਹਾਂ, ਧਨ ਦੌਲਤਾਂ ਮੰਗਦੇ ਹਾਂ, ਉਸ ਤੋਂ ਇਲਾਵਾ ਸੁੱਖ ਸ਼ਾਂਤੀ ਦੇ ਨਾਲ ਨਾਲ ਭਗਤੀ ਮੰਗਦੇ ਹਾਂ, ਨਾਮਦਾਨ ਮੰਗਦੇ ਹਾਂ, ਬੱਚਿਆਂ ਦੀ ਸੁੱਖ ਮੰਗਦੇ ਹਾਂ। ਉਸੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਖਤਰੇ 'ਚ ਪਾ ਦਿੱਤਾ ਜੇ ਕੁਝ ਮਤਲਬੀ ਲੋਕਾਂ ਨੇ। ਵਾਸਤਾ ਜੇ ਸਿੱਖੋ, ਮੈਂ ਵੀ ਇੱਕ ਸਿੱਖ ਹੈ, ਪਰ ਚੈਨਲ ਦੇ ਨਾਤੇ ਮੇਰੇ ਵੀ ਕੁਝ ਫਰਜ਼ ਨੇ। ਮੈਂ ਇੱਥੋਂ ਕੁਛ ਐਸੇ ਸ਼ਬਦ ਇਸ ਕੁਰਸੀ ਤੇ ਬੈਠ ਕੇ ਭਾਵਨਕ, ਅਸੀਂ ਕਹਿੰਦੇ ਜਜ਼ਬਾਤੀ ਹੋ ਕੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਕਿਸੇ ਵੇਲੇ, ਪਰ ਮੈਂ ਇੰਨੀ ਬੇਨਤੀ ਜ਼ਰੂਰ ਕਰਾਂਗਾ ਜੀ ਸਮੂਹ ਸਿੱਖ ਸੰਗਤ ਨੂੰ, ਜਿਹੜਾ ਸੱਚੇ ਦਿਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੈ, ਸਮਰਪਿਤ ਹੈ, ਮੰਨਦਾ ਹੈ, ਜਿਹੜਾ ਜਿਹਨੇ ਸਾਖਸ਼ਾਤ ਦਰਸ਼ਨ ਕੀਤੇ ਨੇ ਗੁਰੂ ਸਾਹਿਬ ਦੇ ਉਸ ਗੁਰੂ ਗ੍ਰੰਥ ਸਾਹਿਬ ਚੋਂ, ਅਸੀਂ ਤਾਂ ਪ੍ਰੋਫੈਸਰ ਸਾਹਿਬ ਇਹੀ ਕਹਾਂਗੇ ਉਸ ਰੰਗ ਰਤੀਆਂ ਰੂਹਾਂ ਨੂੰ ਵੀ ਤੁਹਾਡਾ ਇਮਤਿਹਾਨ ਜੇ ਗੁਰੂ ਨੇ ਤੁਹਾਡੇ ਗਾੜੀ ਪਰਖ ਦੀ ਘੜੀ ਲਿਆਂਦੀ, ਜੇ ਤੁਸੀਂ 14 ਤਰੀਕ ਨੂੰ ਇਕੱਠੇ ਹੋ ਕੇ ਇੱਕ ਆਵਾਜ਼ 'ਚ ਇੱਕ ਸੁਰ 'ਚ ਦੋਸ਼ੀਆਂ ਦੇ ਖਿਲਾਫ ਮੈਦਾਨ ਦੇ ਵਿੱਚ ਨਾ ਨਿਤਰੇ ਤਾਂ ਜਵਾਬ ਤੁਸੀਂ ਸਾਨੂੰ ਨਹੀਂ ਦੇਣਾ, ਜਵਾਬ ਉਸ ਗੁਰੂ ਨੂੰ ਦੇਣਾ, ਕਲਗੀਆਂ ਵਾਲੇ ਨੂੰ ਦੇਣਾ, ਤੁਸੀਂ ਗੁਰੂ ਰਾਮਦਾਸ ਨੂੰ ਦੇਣਾ ਹੈ ਤੁਸੀਂ। ਸੋ ਹੁਣ ਫੈਸਲਾ ਤੁਹਾਡੇ ਹੱਥ 'ਚ ਜੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਦੇ ਲਈ ਸੰਘਰਸ਼ ਜੋ ਜਾਰੀ ਹੈ, ਉਹਦੇ ਵਿੱਚ ਤੁਹਾਡਾ ਹਿੱਸਾ ਕੀ ਰਹੇਗਾ? ਕੱਲ੍ਹ ਨੂੰ ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਕਿਹਨਾਂ ਦਾ ਲਿਖਿਆ ਜਾਏਗਾ? ਕਿਉਂਕਿ ਕਦੀ ਵੀ ਚਾਪਲੂਸਾਂ ਦਾ ਇਤਿਹਾਸ 'ਚ ਜ਼ਿਕਰ ਨਹੀਂ ਜੇ ਆਇਆ, ਕੁਰਬਾਨੀਆਂ ਕਰਨ ਵਾਲਿਆਂ ਦਾ ਇਤਿਹਾਸ ਬਣਦਾ ਜੇ,
ਸੀਸ ਦੇਣ ਵਾਲਿਆਂ ਦੇ ਇਤਿਹਾਸ ਬਣਦੇ ਜੇ, ਜਿੱਤਾਂ ਗੱਢਣ ਵਾਲਿਆਂ ਦੇ, ਜਿਨ੍ਹਾਂ ਨੇ ਜਿੱਤ ਦੇ ਝੰਡੇ ਗੱਡੇ ਨੇ, ਇਤਿਹਾਸ ਉਹਨਾਂ ਦੇ ਲਿਖੇ ਜਾਂਦੇ ਜੇ। ਬੁੱਝਦਿਲ ਮਤਲਬ ਖੋਰ ਤੇ ਚਮਚਿਆਂ ਦੇ ਇਤਿਹਾਸ ਕਦੀ ਨਹੀਂ ਜੇ ਹੁੰਦੇ, ਇਹ ਯਾਦ ਰੱਖਿਓ। ਤੇ ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਚੜਨਾ ਜੇ, ਸਿੱਖਾਂ ਦੀਆਂ ਨਜ਼ਰਾਂ 'ਚ ਚੜਨਾ ਜੇ, ਸਿੱਖੀ ਦੀ ਕਮਾਉਣ ਦਾ ਮੌਕਾ ਜੇ। ਮੈਂ ਤੇ ਇਹੀ ਕਹਾਂਗਾ ਪ੍ਰੋਫੈਸਰ ਸਾਹਿਬ, ਮੌਕਾ ਹੈ, ਪਰਖ ਦੀ ਘੜੀ ਹੈ, ਬਿਲਕੁਲ ਠੀਕ ਤੇ ਗੁਰੂ ਸਾਹਿਬ ਨੇ ਦਿੱਤਾ ਹੈ ਤੁਹਾਨੂੰ। ਵੇਖਣੇ ਇਹ ਘੜੀ 'ਚੋਂ ਕੌਣ ਕੌਣ, ਇਹ ਪੇਪਰ 'ਚੋਂ ਕੌਣ ਕੌਣ ਪਾਸ ਹੁੰਦਾ। ਇਹਦੇ ਨਾਲ ਹੀ ਲੈਣੀ ਇਜਾਜ਼ਤ ਜੀ। ਇੱਥੇ ਦਾ ਵੀ ਸਵਾਰ ਲਓ ਤੇ ਪਰਲੋਕ ਵੀ ਸਵਾਰ ਪਰਲੋਕ ਵੀ ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।